ਅਸੀਂ ਦੁੱਖ ਦੀ ਗੱਲ ਵੀਰ ਜੀ ਇਹ ਸੀ ਪਟਿਆਲੇ ਸਰਕਾਰੀ ਹਸਪੀਟਲ ਦੇ ਸਾਹਮਣੇ ਇੱਕ ਸਾਡੀ ਭੈਣ ਤੜਫ ਰਹੀ ਸੀ, ਕੀੜਿਆਂ ਤੋਂ ਖਾਧੀ ਜਾ ਰਹੀ ਸੀ। ਉਹ ਸਾਨੂੰ ਦੱਸਦੀ ਹੈ ਵੀ ਸਾਡੇ ਪਿੰਡ ਇੱਦਾਂ ਦਾ ਬੰਦਾ ਹੈਗਾ ਜਿਹਨੂੰ ਬੰਨਿਆ ਜਾਂਦਾ, ਸਾਡੇ ਪਿੰਡ ਇੱਦਾਂ ਦਾ ਬੰਦਾ ਹੈਗਾ ਜਿਹੜਾ ਆਪਣਾ ਬਾਥਰੂਮ ਤੱਕ ਪੀ ਜਾਂਦਾ। ਮੋਗੇ ਜ਼ਿਲ੍ਹੇ 'ਚੋਂ ਉਹ ਬੱਚਾ 25 ਸਾਲ ਪਰਿਵਾਰ ਨੇ ਵਿਹੜੇ 'ਚ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜੀ, ਤੇ ਉਹ ਬੱਚਾ ਇਹ ਕਹਿ ਸਕਦੇ ਹਾਂ ਜੀ ਉਹ ਬੱਚਾ ਬਾਥਰੂਮ ਤੱਕ ਆਪਦਾ ਡੱਬੇ 'ਚ ਕਰਕੇ ਪੀ ਲੈਂਦਾ ਸੀ। ਜਦੋਂ ਅਸੀਂ ਉਹਨੂੰ ਲੈ ਕੇ ਆਏ ਜੀ, ਅਸੀਂ ਉਹਦੇ ਕੀੜੇ ਕੱਢਤੇ ਜੀ, ਉਹਨੂੰ ਆਪਦੇ ਕੋਲ ਰੱਖਿਆ 15 ਦਿਨ। ਅਸੀਂ ਕਾਫੀ ਸੰਸਥਾਵਾਂ ਨੂੰ ਕਾਲ ਕੀਤੀ ਜੀ, ਫੇਮਸ ਸੰਸਥਾਵਾਂ ਨੂੰ ਕਾਲ ਕੀਤੀ ਵੀ ਤੁਸੀਂ ਇਸ ਵੀਰ ਨੂੰ ਰੱਖ ਲਓ, ਵੀ ਸਾਡੇ ਕੋਲ ਤਾਂ ਕੋਈ ਜਗ੍ਹਾ ਨਹੀਂ ਹੈਗੀ ਜੀ। 15-15 ਲੱਖ ਰੁਪਏ ਸੰਗਤ ਉਹਦੇ ਲੈ ਕੇ ਆਈ ਆ, ਪਰ ਅਸੀਂ ਪੈਸੇ ਨਹੀਂ ਲੈ ਸਕਦੇ ਕਿਸੇ ਤੋਂ ਜੀ। ਮੈਂ ਸਮਝਦਾ ਮੈਂ ਮੇਰੇ ਬਾਪ ਨੂੰ ਇੱਥੋਂ 500 ਦੀ ਠੱਗੀ ਮਾਰ ਕੇ ਜਾ ਕੇ ਫੜਾਵਾਂ, ਕਿਹੜੇ ਮੂੰਹ ਨਾਲ ਘਰੇ ਵੜੂੰਗਾ ਜੀ। ਕਿਸਾਨੀ ਦਾ ਜਿਹੜਾ ਚੱਲ ਰਿਹਾ ਅੱਜ ਕੱਲ੍ਹ ਮੁੱਦਾ, ਜੇ ਇੱਦਾਂ ਦੀਆਂ ਜਿਹੜੇ ਬਿੱਲ ਪਾਸ ਹੋਏ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਜੀ। ਦੱਸਣਾ ਚਾਹੁੰਦੇ ਹਾਂ, ਕਈ ਵਾਰੀ ਇੱਕ ਕਹਾਵਤ ਬਣਦੀ ਆ ਵੀ ਧੀਆਂ ਬਾਪ ਦਾ ਵੱਧ ਪਿਆਰ ਕਰਦੀਆਂ ਨੇ, ਪਰ ਜਿਹੜੇ ਬਜ਼ੁਰਗ ਆਪਾਂ ਸੰਗਤ ਨੂੰ ਵੀ ਮਿਲਾਵਾਂਗੇ ਉਹ ਬਜ਼ੁਰਗਾਂ ਦੀਆਂ 3 ਧੀਆਂ ਜੀ। ਪਤਾ ਨਹੀਂ ਕਿੰਨਾ ਕਿਹਦੇ ਤਸ਼ੱਦਦ ਹੋਇਆ ਉਹ ਸਹੀ ਪਤਾ ਨਹੀਂ। ਇਹ ਦੱਸਦਾ ਵੀ ਮੇਰੀ ਜਿਹੜੀ ਬਾਂਹ ਉਹ ਟ੍ਰੇਨ ਨਾਲ ਕੱਟ ਗਈ ਸੀ ਜੀ। ਧੂਰੀ ਦੇ ਨਾਲ ਇਹ ਵੀਰ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਪਰਿਵਾਰ ਨੇ ਜੀ। ਗੁਰਦਾਸ ਮਾਨ ਪੰਜਾਬੀ ਸਿੰਗਰ ਦਾ ਇਹ ਗਵਾਂਢੀ ਹੈ, ਇਹ ਨਾ 25 ਸਾਲ ਪਰਿਵਾਰ ਨੇ ਵਿਹੜੇ 'ਚ ਇਹਦੇ ਸੰਗਲ ਲਾ ਕੇ ਰੱਖਿਆ ਜੀ। ਇਹ ਬੱਚਾ ਦੱਸਦੇ ਨੇ ਡੱਬੇ 'ਚ ਆਪਦਾ ਬਾਥਰੂਮ ਕਰਕੇ ਤੱਕ ਪੀ ਲੈਂਦਾ ਜੀ। ਇੱਕ ਪਾਸੇ ਸਾਡੇ ਦੇਸ਼ ਦਾ ਝੰਡਾ ਲਹਿਰਾਇਆ ਜਾ ਰਿਹਾ, ਉੱਥੇ ਹੀ ਇਹ ਵੀਰ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ। ਕੋਈ ਐਸਾ ਸਮਾਂ ਸੀ 30-32 ਮਰੀਜ਼ ਵੀਰ ਜੀ ਇੱਕੋ ਲਖਤ ਅਸੀਂ ਐਡਮਿਟ ਕਰਾ ਕੇ ਇਲਾਜ ਕਰਵਾ ਦਿੰਦੇ ਸੀਗੇ ਸਰਕਾਰੀ ਹਸਪੀਟਲ ਤੋਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੱਤੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ। ਤੇ ਚੈਨਲ ਸਤਰੰਗ ਤੇ ਦੋਸਤੋ ਤੁਸੀਂ ਹਮੇਸ਼ਾ ਹੀ ਮੇਰੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੈਲੀਬ੍ਰਿਟੀਜ਼ ਨੂੰ ਦੇਖਦੇ ਹੋ, ਪਰ ਅੱਜ ਅਸੀਂ ਇਸ ਚੈਨਲ ਸਤਰੰਗ ਦੇ ਥਰੂ ਕੁਝ ਵੱਖਰਾ ਕਰਨ ਜਾ ਰਹੇ ਹਾਂ, ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਜੀ ਪਟਿਆਲਾ ਨੇੜੇ ਪੈਂਦੇ ਪਿੰਡ ਲਚਕਾਣੀ ਵਿਖੇ, ਜਿੱਥੋਂ ਦੀ ਇੱਕ ਸੰਸਥਾ ਜਿਸ ਦਾ ਕਿ ਨਾਮ ਹੈ ਆਪਣਾ ਫਰਜ਼ ਸੇਵਾ ਸੁਸਾਇਟੀ, ਜੋ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਪੂਰੀ ਸੁਸਾਇਟੀ ਵਾਸਤੇ, ਪੂਰੇ ਸਮਾਜ ਵਾਸਤੇ। ਬਹੁਤ ਸਾਰੇ ਐਸੇ ਲੋੜਵੰਦ ਇਨਸਾਨ ਨੇ ਜਿਨ੍ਹਾਂ ਦੀ ਉਹਨਾਂ ਨੇ ਹੈਲਪ ਕੀਤੀ, ਤੇ ਅੱਜ ਉਹ ਆਪਣੇ ਕੋਲ ਇੱਥੇ ਰੱਖ ਕੇ ਬੈਠੇ ਨੇ ਉਹਨਾਂ ਸਾਰੇ ਮਰੀਜ਼ਾਂ ਨੂੰ। ਅਕਸਰ ਹੀ ਸੋਸ਼ਲ ਮੀਡੀਆ ਤੋਂ ਉਹਨਾਂ ਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਰਹਿੰਦੀਆਂ ਨੇ। ਸੋ ਅੱਜ ਉਸੇ ਸੰਸਥਾ ਦੇ ਜਿਹੜੇ ਫਾਊਂਡਰ ਨੇ ਸਾਡੇ ਨਾਲ ਬੈਠੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਜਾਣਦੇ ਹਾਂ ਸੰਸਥਾ ਬਾਰੇ। ਸੋ ਸਵਾਗਤ ਕਰਦਾ ਜੀ ਪਾਲ ਖਰੋੜ ਭਾਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਸ਼ੁਕਰਾਨਾ। ਤੁਹਾਡੇ ਵਰਗੇ ਭਰਾ ਸਾਡੇ ਕੋਲ ਪਹੁੰਚੇ ਨੇ, ਬਹੁਤ ਬਹੁਤ ਸਾਡੇ ਵੱਲੋਂ ਪਿਆਰ ਸਾਰੀ ਟੀਮ ਨੂੰ ਜੀ। ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ। ਤੇ ਪਾਲ ਭਾਜੀ ਆਪਾਂ ਜੀ ਗੱਲਬਾਤ ਕਰੀਏ ਕਿ ਕਿਵੇਂ ਚੱਲ ਰਹੀ ਹੈ ਲਾਈਫ, ਤੇ ਇਹ ਪੁੱਛਾਂਗੇ ਕਿ ਇਸ ਪਾਸੇ ਨੂੰ ਕਿੱਦਾਂ ਆ ਗਈ, ਕਿਉਂਕਿ ਆਮ ਅਕਸਰ ਬੰਦੇ ਹੈ ਨਾ ਜਿਹੜੇ ਹੁੰਦੇ ਆ, ਉਹਨਾਂ ਦਾ ਜ਼ਿੰਦਗੀ ਦੇ ਵਿੱਚ ਮੋਟਿਵ ਹੁੰਦੇ ਆ ਕਿ ਮੈਂ ਆਪਣੇ ਜੌਬ ਕਰ ਲਾਂ ਜਾਂ ਮਤਲਬ ਕਿ ਕੋਈ ਬਿਜ਼ਨਸ ਕਰ ਲਾਂ, ਹੈ ਨਾ। ਪਰ ਜੇ ਸੁਸਾਇਟੀ ਵੱਲ ਨੂੰ ਗੱਲ ਕਰੀਏ ਤਾਂ ਇਸ ਪਾਸੇ ਨੂੰ ਬਹੁਤ ਘੱਟ ਲੋਕ ਸੋਚਦੇ ਆ ਕਿ ਅਸੀਂ ਕੁਝ ਸਮਾਜ ਦੇ ਲਈ ਕਰਨਾ। ਸੋ ਉਹ ਪਹਿਲਾਂ ਦੱਸ ਦਿਓ ਕਿ ਇਸ ਪਾਸੇ ਨੂੰ ਕਿੱਦਾਂ ਆ ਗਏ। ਪਤਾ ਕੀ ਹੈ ਜੀ, ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਹਾਂ, ਜੀਵਨ ਸਾਡਾ ਵੀ ਉਹੀ ਸੀਗਾ ਜਿਹੜਾ ਅੱਜ ਦੇ ਗੁਲਤਾਨ ਲਾਈਫ ਕਹਿ ਸਕਦੇ ਹਾਂ, ਜਿਹੜੇ ਅੱਜ ਦੇ ਯੂਥ ਦੀ ਆ ਵੀਰ ਜੀ। ਉਸੇ ਸਮਾਜ ਦੇ ਵਿੱਚ ਅਸੀਂ ਵਿਚਰਦੇ ਸੀ ਜਿੱਥੇ ਅੱਜ ਦਾ ਯੂਥ ਆ, ਉਹੀ ਕਾਲਜਾਂ ਦੀਆਂ ਪ੍ਰਧਾਨਗੀਆਂ, ਉੱਦਾਂ ਹੀ ਸਾਡੀ ਜ਼ਿੰਦਗੀ ਚੱਲ ਰਹੀ ਸੀ। ਘਰੋਂ ਮਹਾਰਾਜ ਦੀ ਕਿਰਪਾ ਸੀ। ਤੇ ਕੀ ਹੁੰਦਾ ਵੀਰ ਜੀ, ਸਾਨੂੰ ਇੱਕ ਲੋੜਵੰਦ ਇਨਸਾਨ ਮਿਲਦਾ, ਉੱਥੋਂ ਹੌਲੀ ਹੌਲੀ ਸੰਸਥਾ ਚੱਲਦੀ ਆ, ਸਾਨੂੰ ਹੌਲੀ ਹੌਲੀ ਮਰੀਜ਼ ਮਿਲਣ ਲੱਗ ਗਏ ਜੀ। ਮਰੀਜ਼ਾਂ ਦਾ ਅਸੀਂ ਸੋਸ਼ਲ ਮੀਡੀਆ ਰਾਹੀਂ ਇਲਾਜ ਕਰਵਾਈ ਜਾਣਾ ਜੀ। ਬਿਲਕੁਲ ਸੰਸਥਾ ਕੈਸ਼ਲੈਸ ਜੀ, ਜਿਹਦਾ ਕਿ ਸੰਗਤ ਸਿੱਧਾ ਸਾਡੇ ਕੋਲੇ ਆ ਕੇ ਮਾਇਆ ਦਿੰਦੀ ਸੀ, ਮਰੀਜ਼ ਨੂੰ ਇਲਾਜ ਹੋਈ ਜਾਂਦਾ ਸੀ। ਆਖਰ ਵੀਰ ਜੀ ਮੈਂ ਤੁਸੀਂ ਕਿਹਾ ਸੰਸਥਾ ਦੀ ਗੱਲ ਕੀਤੀ ਆ ਜੀ, ਇੱਥੇ ਕੀ ਸੀਗਾ ਜੀ, ਸਾਰੀ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਹਾਂ। ਸਾਨੂੰ 1-2 ਸਟਾਰਟਿੰਗ ਦੇ ਵਿੱਚ ਇੱਦਾਂ ਦੇ ਇਨਸਾਨ ਮਿਲੇ ਜਿਹੜੇ ਕਿ ਸਾਡੇ ਹੀ ਦੇਸ਼ ਦੇ ਵਿੱਚ ਕੀੜਿਆਂ ਤੋਂ ਖਾਧੇ ਜਾ ਰਹੇ ਸੀ। ਦੁੱਖ ਦੀ ਗੱਲ ਵੀਰ ਜੀ ਇਹ ਸੀ ਪਟਿਆਲੇ ਸਰਕਾਰੀ ਹਸਪੀਟਲ ਦੇ ਸਾਹਮਣੇ ਇੱਕ ਸਾਡੀ ਭੈਣ ਤੜਫ ਰਹੀ ਸੀ, ਕੀੜਿਆਂ ਤੋਂ ਖਾਧੀ ਜਾ ਰਹੀ ਸੀ। ਇੱਕ ਇੱਦਾਂ ਦੇ ਸਾਡੇ ਵੀਰ ਭਰਾ ਬੜੇ ਸਾਨੂੰ ਉਸ ਟਾਈਮ ਇੱਦਾਂ ਦੇ ਬੰਦੇ ਮਿਲੇ, ਤਾਂ ਸਾਨੂੰ ਇਹ ਘਰ ਦੇ ਸ਼ੁਰੂਆਤ ਕਰਨੀ ਪਈ ਜੀ। ਤਾਂ ਇੱਧਰ ਨੂੰ ਆਇਆ ਸੀ ਵੀ ਚਾਹੁੰਦੇ ਸੀ ਵੀ ਅਸੀਂ ਵੀ ਆਪਣਾ ਬਿਜ਼ਨਸ ਕਰਦੇ ਜੀ, ਆਪਣਾ ਪਰਿਵਾਰ ਦੇਖਦੇ। ਪਰ ਅੱਜ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕਰਤੀ, ਸਾਡਾ ਪਰਿਵਾਰ ਬਹੁਤ ਵੱਡਾ ਕਰਤਾ ਜੀ। ਅੱਜ ਸਾਡੇ ਕੋਲੇ ਕਾਫੀ ਇੱਦਾਂ ਦੇ ਬੰਦੇ ਨੇ ਵੀਰ ਜੀ ਜਿਨ੍ਹਾਂ ਦੇ ਕੀੜੇ ਪੈ ਗਏ। ਕਿਸੇ ਨੂੰ ਸਮਾਜ ਨੇ ਠੁਕਰਾਤਾ, ਕਿਸੇ ਨੂੰ ਪਰਿਵਾਰ ਨੇ ਠੁਕਰਾਤਾ, ਕਿਸੇ ਦੀ ਕੋਈ ਮਜਬੂਰੀ ਹੈ, ਕਿਸੇ ਨੂੰ ਕੋਈ। ਪਰ ਉਹੀ ਬੰਦੇ ਜਿਹੜੇ ਸਮਾਜ ਤੋਂ ਕਹਿ ਸਕਦੇ ਹਾਂ ਇੱਕ ਤਰਸੇ ਹੋਏ ਸਾਡੇ ਕੋਲ ਵੀਰ ਰਹਿੰਦੇ ਨੇ ਜੀ। ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਘਰ ਆ, ਤੇ ਇਹਨੂੰ ਮਹਾਰਾਜ ਹੀ ਕਿਰਪਾ ਵੀਰ ਜੀ ਕਰ ਰਹੇ ਨੇ। ਤੇ ਬਾਕੀ ਤੁਹਾਡੇ ਵਰਗੇ ਭੈਣ ਭਾਈ ਨੇ ਵੀਰ ਜੀ ਜਿਹੜੇ ਜੁੜੇ ਨੇ, ਜਿਨ੍ਹਾਂ ਕਰਕੇ ਅੱਜ ਇਹ ਘਰ ਚੱਲ ਰਿਹਾ ਜੀ। ਉਸ ਕਰਕੇ ਵੀਰ ਜੀ ਉਸ ਚੀਜ਼ ਨੂੰ ਦੇਖਦੇ ਹੋਏ ਅੱਜ ਇਹ ਸੇਵਾ ਚੱਲੀ ਆ ਜੀ। ਬਹੁਤ ਸਾਰੀਆਂ ਵੀਡੀਓਜ਼ ਅਸੀਂ ਜਿਵੇਂ ਤੁਸੀਂ ਦੱਸਿਆ ਹੈ ਨਾ, ਕਾਫੀ ਤੁਸੀਂ ਐਸੇ ਪੇਸ਼ੈਂਟ ਕਹਿ ਸਕਦੇ, ਲੋੜਵੰਦ ਇਨਸਾਨ ਕਹਿ ਸਕਦੇ, ਮਰੀਜ਼ ਜਿਹੜੇ ਜਿਨ੍ਹਾਂ ਦੇ ਹੈ ਨਾ ਕੀੜੇ ਵਾਲੇ ਵੀਡੀਓਜ਼ ਦੇਖੇ ਅਸੀਂ, ਹੈ ਨਾ, ਸੋਸ਼ਲ ਮੀਡੀਆ 'ਤੇ ਦੇਖ ਵੀ ਸਕਦੇ ਨੇ ਲੋਕ, ਤੇ ਅਸੀਂ ਇਸ ਇੰਟਰਵਿਊ ਦੇ ਵਿੱਚ ਵੀ ਦਿਖਾਵਾਂਗੇ। ਇਹਨਾਂ ਬਾਰੇ ਪਤਾ ਕਿਵੇਂ ਲੱਗਦਾ ਤੁਹਾਨੂੰ? ਪਤਾ ਵੀਰ ਜੀ ਇੱਦਾਂ ਜੀ, ਸਾਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਸੰਗਤ ਕੰਟੈਕਟ ਕਰਦੀ ਆ ਜੀ। ਉਹ ਸਾਨੂੰ ਦੱਸਦੀ ਆ ਵੀ ਸਾਡੇ ਪਿੰਡ ਇੱਦਾਂ ਦਾ ਬੰਦਾ ਹੈਗਾ ਜਿਹਨੂੰ ਬੰਨਿਆ ਜਾਂਦਾ, ਸਾਡੇ ਪਿੰਡ ਇੱਦਾਂ ਦਾ ਬੰਦਾ ਹੈਗਾ ਜਿਹੜਾ ਆਪਣਾ ਬਾਥਰੂਮ ਤੱਕ ਪੀ ਜਾਂਦਾ। ਅਸੀਂ ਇੱਕ ਬੱਚਾ ਲੈ ਕੇ ਆਏ ਸੀ ਵੀਰ ਜੀ ਰੋਡੇ ਪਿੰਡ ਤੋਂ, ਸੰਤ ਜਰਨੈਲ ਸਿੰਘ ਭਿੰਡਰਾਣਾ ਦੇ ਪਿੰਡੋਂ।
ਮੋਗੇ ਜ਼ਿਲ੍ਹੇ ਚੋਂ। ਉਹ ਬੱਚਾ 25 ਸਾਲ ਪਰਿਵਾਰ ਨੇ ਵਿਹੜੇ 'ਚ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜੀ, ਤੇ ਉਹ ਬੱਚਾ ਇਹ ਕਹਿ ਸਕਦੇ ਹਾਂ ਜੀ ਉਹ ਬੱਚਾ ਬਾਥਰੂਮ ਤੱਕ ਆਪਦਾ ਡੱਬੇ 'ਚ ਕਰਕੇ ਪੀ ਲੈਂਦਾ ਸੀ ਜੀ। ਉਹ ਬੱਚੇ ਨੂੰ ਇੱਥੋਂ ਤੱਕ ਨਹੀਂ ਵੀਰ ਜੀ ਪਤਾ ਵੀ ਟਾਇਲਟ ਕਰਕੇ ਮੈਂ ਅੱਗੇ ਹੁਣ ਕਰਨਾ ਕੀ ਆ ਜੀ। ਉਹ ਬੱਚਾ ਸਾਡੇ ਕੋਲ ਆ, ਸਾਨੂੰ ਲੋਕੀ ਸੰਗਤ ਕੰਟੈਕਟ ਕਰਦੀ ਆ, ਜਿੱਦਾਂ ਕਿਸੇ ਦੇ ਕੀੜੇ ਪੈ ਗਏ, ਸੰਗਤ ਸਾਨੂੰ ਸੋਸ਼ਲ ਮੀਡੀਆ ਰਾਹੀਂ ਸਾਨੂੰ ਜੁੜਦੀ ਆ, ਸਾਨੂੰ ਦੱਸਦੀ ਆ। ਫਿਰ ਜਿੱਥੇ ਜਿੱਥੇ ਅਸੀਂ ਪਹੁੰਚ ਸਕਦੇ ਹਾਂ ਜੀ, ਹਰ ਇੱਕ ਜਗ੍ਹਾ ਤੇ ਨਹੀਂ ਪਹੁੰਚ ਹੁੰਦਾ ਜੀ, ਜਿੱਥੇ ਜਿੱਥੇ ਗੁਰੂ ਸਾਹਿਬ ਕਿਰਪਾ ਕਰਦੇ ਨੇ, ਜਿੱਦਾਂ ਕੋਈ ਕੀੜਿਆਂ ਵਾਲਾ ਮਰੀਜ਼ ਆ, ਅਸੀਂ ਨਾਲ ਦੀ ਨਾਲ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਜੀ, ਤੇ ਜਿਹੜੀ ਆਪਣਾ ਫਰਜ਼ ਸੇਵਾ ਸੁਸਾਇਟੀ ਹੈਗੀ ਆ ਇਹ ਹੋਂਦ 'ਚ ਕਦੋਂ ਆਈ? ਇਹਨੂੰ ਵੀਰ ਜੀ ਮੇਰੇ ਹਿਸਾਬ ਦੇ ਵਿੱਚ 2-2.5 ਸਾਲ ਹੋ ਗਏ ਜੀ। ਪਹਿਲਾਂ ਅਸੀਂ ਇਕੱਲੇ ਮਰੀਜ਼ਾਂ ਦਾ ਹੀ ਇਲਾਜ ਕਰਵਾਉਂਦੇ ਸੀ ਜੀ, ਇਹ ਘਰ ਨਹੀਂ ਬਣਾਇਆ ਸੀ ਜੀ। ਪਹਿਲਾਂ ਅਸੀਂ ਮਰੀਜ਼ਾਂ ਦਾ ਹੀ ਇਕੱਲਾ ਇਲਾਜ ਕਰਵਾਉਂਦੇ ਸੀ, ਜਿੱਦਾਂ ਸਾਨੂੰ ਮਰੀਜ਼ ਮਿਲਦੇ ਸੀ ਉਹਨਾਂ ਦਾ ਅਸੀਂ ਸੋਸ਼ਲ ਮੀਡੀਆ ਰਾਹੀਂ ਸੰਗਤ ਨੂੰ ਬੁਲਾ ਕੇ ਮਾਇਆ ਦੇ ਕੇ ਇਲਾਜ ਕਰਵਾਈ ਜਾਂਦੇ ਸੀ। ਫਿਰ ਸਾਨੂੰ ਕੋਈ ਇੱਦਾਂ ਤੁਹਾਨੂੰ ਦੱਸਿਆ ਕੀੜਿਆਂ ਵਾਲੇ ਮਰੀਜ਼ ਮਿਲੇ, ਫਿਰ ਉਸ ਤੋਂ ਬਾਅਦ ਸਾਨੂੰ ਇੱਥੇ ਘਰ ਬੈਠਣਾ ਪਿਆ ਜੀ। ਇੱਥੇ ਸਾਨੂੰ ਘੱਟੋ ਘੱਟ 9-10 ਮਹੀਨੇ ਹੋ ਗਏ ਜੀ। ਇਹ ਇੱਕ ਸੰਗਤ ਨੂੰ ਵੀ ਦੱਸਣਾ ਚਾਹੁੰਦੇ, ਇੱਕ ਮੋਟਰ ਦਾ ਕੋਠਾ ਸੀ ਜੀ ਪਿੰਡਾਂ ਦੇ। ਮੈਂ ਪਹਿਲਾਂ ਇੱਕ ਵਾਰ ਦੱਸ ਦੇਣਾ ਕਿ ਅਸੀਂ ਸਾਰੇ ਜਿੰਨੇ ਵੀ ਮਰੀਜ਼ ਇੱਥੇ ਰੱਖੇ ਹੋਏ ਨੇ ਬਾਈ ਜੀ, ਉਹਨਾਂ ਨੇ ਬਹੁਤ ਵਧੀਆ ਉਹਨਾਂ ਦੀ ਦੇਖਭਾਲ ਕਰ ਰਹੇ ਨੇ। ਬਹੁਤ ਮਤਲਬ ਕਿ ਇਹਨਾਂ ਦੀ ਟੀਮ ਹੈਗੀ ਪੂਰੀ, ਜਿਹੜੀ ਪੂਰਾ ਦੇਖਭਾਲ ਕਰ ਰਹੀ ਹੈ ਉਹਨਾਂ ਦੀ। ਉਹਨਾਂ ਨੂੰ ਹਰ ਚੀਜ਼ ਜਿਹੜੀ ਉਹਨਾਂ ਦੀ ਲੋੜ ਦੀ ਹੈਗੀ ਉਹ ਪਹੁੰਚਾਉਂਦੀ ਹੈ, ਤੇ ਉਹ ਸਾਰਿਆਂ ਨਾਲ ਵੀ ਤੁਹਾਨੂੰ ਮਿਲਾਵਾਂਗੇ। ਪਰ ਆਪਾਂ ਹੁਣ ਪਹਿਲਾਂ ਗੱਲਾਂ ਬਾਤਾਂ ਬਾਈ ਜੀ ਨਾਲ ਹੋਰ ਇਹਨਾਂ ਬਾਰੇ ਜਾਣਦੇ ਹਾਂ, ਇਸ ਸੰਸਥਾ ਬਾਰੇ ਜਾਣਦੇ ਹਾਂ ਤੇ ਇਹਨਾਂ ਬਾਰੇ ਜਾਣਦੇ ਹਾਂ, ਫਿਰ ਆਪਾਂ ਤੁਹਾਨੂੰ ਉਹਨਾਂ ਸਾਰੇ ਮਰੀਜ਼ਾਂ ਨਾਲ ਵੀ ਮਿਲਾਵਾਂਗੇ ਜੀ। ਹਾਂਜੀ ਭਾਈ ਜੀ, ਤੁਸੀਂ ਦੱਸਦੇ ਸੀਗੇ ਕਿ ਸਾਰੇ ਜਿਹੜੇ ਇੱਥੇ ਰੱਖੇ ਹੋਏ ਨੇ। ਫਿਰ ਵੀਰ ਜੀ ਇੱਦਾਂ ਸੀ, ਇੱਕ ਸਾਨੂੰ ਨਾ ਇੱਕ ਸਟਾਰਟਿੰਗ ਦੇ ਵਿੱਚ ਇੱਕ ਵੀਰ ਮਿਲਿਆ ਸੁੰਦਰ ਲਾਲ, ਸਾਨੂੰ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਨਕੋਦਰ ਤੋਂ ਜੀ। ਹਾਂਜੀ, ਅਸੀਂ ਜਦੋਂ ਵੀਰ ਨੂੰ ਲੈ ਕੇ ਆਏ, ਸਾਰੀ ਸੰਗਤ ਨੇ ਉਹਦੀ ਵੀਡੀਓ ਵੀ ਦੇਖੀ। ਉਹਦੇ ਪੈਰ ਦੇ ਵਿੱਚ ਕਹਿ ਸਕਦੇ ਇੰਨੀ ਜਗ੍ਹਾ 'ਚ ਕੀੜੇ ਸੀ ਜੀ। ਜਦੋਂ ਅਸੀਂ ਉਹਨੂੰ ਲੈ ਕੇ ਆਏ ਜੀ, ਅਸੀਂ ਉਹਦੇ ਕੀੜੇ ਕੱਢਤੇ ਜੀ, ਉਹਨੂੰ ਆਪਣੇ ਕੋਲ ਰੱਖਿਆ 15 ਦਿਨ। ਅਸੀਂ ਕਾਫੀ ਸੰਸਥਾਵਾਂ ਨੂੰ ਕਾਲ ਕੀਤੀ ਜੀ, ਫੇਮਸ ਸੰਸਥਾਵਾਂ ਨੂੰ ਕਾਲ ਕੀਤੀ ਵੀ ਤੁਸੀਂ ਇਸ ਵੀਰ ਨੂੰ ਰੱਖ ਲਓ, ਵੀ ਸਾਡੇ ਕੋਲ ਤਾਂ ਕੋਈ ਜਗ੍ਹਾ ਨਹੀਂ ਹੈਗੀ ਜੀ, ਵੀ ਤੁਸੀਂ ਇਹਨੂੰ ਰੱਖ ਲਓ, ਅਸੀਂ ਕਿਸੇ ਹੋਰ ਦਾ ਇਲਾਜ ਕਰਵਾ ਦਾਂਗੇ। ਪਰ ਕਿਸੇ ਇਨਸਾਨ ਨੇ ਕੋਈ ਬਹਾਨਾ ਲਾਇਆ ਜੀ, ਕਿਸੇ ਦੀ ਕੋਈ ਮਜਬੂਰੀ ਹੋ ਗਈ ਜੀ। ਇੱਕ ਅਸੀਂ ਸੰਸਥਾ ਦੇ ਵਿੱਚ ਉਸ ਵੀਰ ਨੂੰ ਛੱਡਿਆ ਜੀ, ਪਰ ਉੱਥੋਂ ਉਹਨਾਂ ਨੇ ਉਹ ਭਜਾਤਾ ਸੀ ਜੀ। ਕਹਿੰਦੇ ਉਹ ਉੱਚੀ ਉੱਚੀ ਰੌਲਾ ਪਾਉਂਦਾ ਸੀ, ਪਰ ਉਹ ਵੀਰ ਜੀ ਉਸ ਬੰਦੇ ਦਾ ਸਾਤੋਂ ਦੁੱਖ ਨਹੀਂ ਦੇਖਿਆ ਗਿਆ ਜੀ। ਤੇ ਅਸੀਂ ਉਸ ਵੀਰ ਨੂੰ ਦੁਬਾਰਾ ਫੇਰ ਲੱਭ ਕੇ ਲੈ ਕੇ ਆਏ ਜੀ। ਦੁਬਾਰਾ ਲੈ ਕੇ ਆਏ ਤਾਂ ਉਹਦੀ ਲੱਤ ਦੇ ਉਦੋਂ ਜ਼ਿਆਦਾ ਬੁਰੇ ਹਾਲ ਹੋ ਗਏ ਸੀ ਜੀ। ਫਿਰ ਉਸ ਤੋਂ ਬਾਅਦ ਅਸੀਂ ਵੀਰ ਜੀ ਮੋਟਰ ਦਾ ਕੋਠਾ ਸਾਫ਼ ਕੀਤਾ ਜੀ। ਇਹ ਪਿੰਡਾਂ ਵਾਲੇ ਵੀਰ ਜਾਣਦੇ ਹੋਣਗੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ। ਇੱਕ ਮੋਟਰ ਦੇ ਕੋਠੇ ਦੇ ਵਿੱਚ ਅਸੀਂ 2-3 ਵੀਰ ਇੱਦਾਂ ਦੇ ਲਿਆ ਕੇ ਵੀਰ ਜੀ ਰੱਖੇ, ਤੇ ਉਸ ਟਾਈਮ ਅਸੀਂ ਮਜ਼ਾਕ ਦਾ ਪਾਤਰ ਵੀ ਬਣੇ ਵੀ, ਕਿਉਂਕਿ ਆਪਦੇ ਹੀ ਪਿੰਡ ਦੇ ਵਿੱਚ ਇੱਕ ਮੋਟਰ ਦੇ ਕੋਠੇ ਚੱਕ ਲਗਾ, ਤੁਹਾਡੇ ਪੁੱਤਾਂ ਨੂੰ ਕੀ ਹੋ ਗਿਆ, ਇਹ ਕਿਹੜੇ ਕੰਮਾਂ 'ਚ ਪੈ ਗਏ ਜੀ। ਤਾਂ ਫਿਰ ਅਸੀਂ ਉਸ ਤੋਂ ਬਾਅਦ ਵੀਰ ਜੀ ਮੋਟਰ ਦੇ ਕੋਠੇ ਦੇ ਵਿੱਚੋਂ ਮਰੀਜ਼ਾਂ ਨੂੰ ਰੱਖਿਆ, ਉਹਨਾਂ ਦਾ ਇਲਾਜ ਕਰਾਇਆ। ਹੌਲੀ ਹੌਲੀ ਸੋਸ਼ਲ ਮੀਡੀਆ ਰਾਹੀਂ ਸੰਗਤ ਸੁਣਦੀ ਗਈ ਤੇ ਸੰਗਤ ਆਉਂਦੀ ਗਈ ਤੇ ਘਰ ਇਹ ਅੱਗੇ ਅੱਗੇ ਬਣਦਾ ਗਿਆ ਜੀ। ਇੱਦਾਂ ਹੀ ਸਾਡੇ ਕੋਲ ਮਰੀਜ਼ ਨੇ, ਕਾਫੀ ਮਰੀਜ਼ ਸਾਡੇ ਕੋਲ ਅਸੀਂ ਬਾੜਿਆਂ ਦੇ ਵਿੱਚੋਂ ਛਡਵਾਏ ਜੀ। ਉੱਥੋਂ ਉਹਨਾਂ ਦੇ ਘਰ ਲੱਭੇ ਸੋਸ਼ਲ ਮੀਡੀਆ ਰਾਹੀਂ। ਕੋਈ 9 ਸਾਲਾਂ ਬਾਅਦ ਘਰੇ ਗਿਆ, ਕੋਈ 10 ਸਾਲਾਂ ਬਾਅਦ, ਕੋਈ 20 ਸਾਲਾਂ ਬਾਅਦ ਵੀਰ ਜੀ ਕਿਸੇ ਦੀ ਡੈਥ ਹੋ ਜਾਂਦੀ ਹੈ। ਇੱਦਾਂ ਸਾਡਾ ਅੱਗੇ ਪਰਿਵਾਰ ਚੱਲ ਰਿਹਾ ਜੀ। ਤੇ ਮੈਂ ਦੇਖ ਸਕਦਾ ਕਿ ਖੇਤਾਂ ਦੇ ਵਿੱਚ ਹੈ ਨਾ ਤੁਸੀਂ ਬਣਾਇਆ ਹੋਇਆ ਸਾਰਾ ਆਪਣਾ ਇਹ ਜਿਹੜਾ ਜਿੱਥੇ ਤੁਸੀਂ ਇਹਨਾਂ ਸਾਰੇ ਮਰੀਜ਼ਾਂ ਨੂੰ ਰੱਖਿਆ ਹੋਇਆ ਜੀ। ਤੇ ਇਹ ਜਗ੍ਹਾ ਵੈਸੇ ਕਿਹਦੀ ਹੈਗੀ ਹੈ? ਇਹ ਜਗ੍ਹਾ ਵੀਰ ਜੀ ਹੁਣ ਤਾਂ ਬਾਬੇ ਨਾਨਕ ਦੀ ਹੈ ਜੀ। ਤੇ ਮੈਨੂੰ ਮਤਲਬ ਕਿ ਤੁਸੀਂ ਜਿਵੇਂ ਹੁਣ ਸ਼ੁਰੂਆਤ ਦੇ ਵਿੱਚ ਵੀ ਆਪਾਂ ਜਦੋਂ ਪਹਿਲਾਂ ਵੀ ਇੰਟਰਵਿਊ ਤੋਂ ਪਹਿਲਾਂ ਗੱਲਾਂ ਬਾਤਾਂ ਕਰਦੇ ਸੀ, ਤੁਸੀਂ ਕਹਿੰਦੇ ਸੀਗੇ ਕਿ ਤੁਸੀਂ ਇਹ ਸੰਸਥਾ ਮਤਲਬ ਕੈਸ਼ਲੈਸ ਸੇਵਾ ਕਰਦੀ ਹੈ ਨਾ, ਤੁਹਾਨੂੰ ਕਿਤੋਂ ਪੈਸਾ ਨਹੀਂ ਆਉਂਦਾ, ਕੁਝ ਨਹੀਂ ਆਉਂਦਾ, ਤੇ ਤੁਸੀਂ ਜੋ ਕਰਦੇ ਹੋ ਆਪਣੇ ਆਪ ਹੀ ਕਰਦੇ ਹੋ। ਸਾਰੇ ਜਿੰਨੇ ਮੁੰਡੇ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ ਜੀ। ਸੋ ਕਿਉਂਕਿ ਇਹ ਜਿਹੜਾ ਜ਼ਮੀਨ ਲੈ ਕੇ ਇੰਨਾ ਸਾਰਾ ਕੁਛ ਹੈ ਨਾ ਇੱਥੇ ਖੜਾ ਕਰਨਾ, ਉਹਨਾਂ ਨੂੰ ਰੱਖਣਾ, ਉਹਨਾਂ ਦੇਖਭਾਲ ਕਰਨਾ, ਇਹ ਸਾਰਾ ਕੁਝ ਬਿਨਾਂ ਪੈਸੇ ਤੋਂ ਵੀ ਨਹੀਂ ਚੱਲਦਾ। ਆਪਾਂ ਇਹ ਵੀ ਸਾਰਾ ਕੁਝ ਜਾਣਦੇ ਹਾਂ, ਹੈ ਨਾ। ਕੋਈ ਵੀ ਚੀਜ਼ ਜਿਹੜੀ ਹੈ ਮੁੱਲ ਦੀ ਆਉਂਦੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜੀ ਜਗ੍ਹਾ ਦੇ ਉੱਪਰ ਆਪਾਂ ਬੈਠੇ ਹਾਂ, ਇਹ ਮਤਲਬ ਕਿ ਤੁਸੀਂ ਸਾਰਿਆਂ ਨੇ ਸਾਂਝੀ ਖਰੀਦੀ ਜਾਂ ਕਿਸੇ ਇੱਕ ਜਣੇ ਦਾ ਹੈਗਾ? ਨਹੀਂ ਵੀਰ ਜੀ, ਜਗ੍ਹਾ ਸਾਡੀ ਜੱਦੀ ਆ ਜੀ। ਅੱਛਾ ਜੀ, ਸਾਡੀ ਖੁਦ ਦੀ ਜੱਦੀ ਜ਼ਮੀਨ ਆ, ਮੇਰੇ ਨਾਮ ਆ ਜੀ। ਤੇ ਫਿਰ ਜਦੋਂ ਸਾਨੂੰ ਵੀਰ ਜੀ ਸਾਨੇ ਸੋਚਿਆ ਨਾ ਵੀ ਅਸੀਂ ਇੱਕ ਘਰ ਬਣਾਉਣਾ ਇੱਦਾਂ ਦਾ ਵੀ ਸਮਾਜ ਲਈ ਕੁਝ ਕਰਕੇ ਜਾਵਾਂਗੇ, ਇੱਦਾਂ ਫਾਲਤੂ ਨਹੀਂ ਮਰਦੇ ਜੀ। ਜਿੱਦਾਂ ਕਹਿ ਦਈਏ ਬੱਟਾਂ ਖੋਤਦੇ ਆਏ, ਉੱਦਾਂ ਕੰਮ ਨਹੀਂ। ਮਹਾਰਾਜ ਦੀ ਕਿਰਪਾ ਨਾਲ ਜੀ ਇਹ ਜਗ੍ਹਾ ਅਸੀਂ ਪਰਿਵਾਰ ਨਾਲ ਗੱਲ ਕੀਤੀ ਜੀ। ਇਹ ਜਗ੍ਹਾ ਸਾਨੇ ਅੱਧਾ ਕਿੱਲੇ ਤੋਂ ਉੱਪਰ ਪਰਿਵਾਰ ਤੋਂ ਜਗ੍ਹਾ ਲੈਤੀ ਜੀ। ਤੇ ਤੁਸੀਂ ਪੁੱਛਿਆ ਜਿੱਦਾਂ ਵੀ ਤੁਸੀਂ ਪੈਸੇ ਦੀ ਲੋੜ ਪੈਂਦੀ ਹੈ ਜੀ, ਅਸੀਂ ਸਿਰਫ 20 ਮੁੰਡੇ ਇੱਥੇ ਦਾ ਹੀ ਖਰਚਾ ਕਰਦੇ ਆ ਜੀ। ਜਿਹੜੇ ਬਿਲਡਿੰਗ ਦਾ ਕੰਮ ਆ, ਸਾਨੂੰ ਕੋਈ ਚੀਜ਼ ਦਿਵਾਉਣੀ ਆ, ਕਿਸੇ ਨੇ ਮੈਡੀਕਲ, ਸਾਰਾ ਸੰਗਤ ਕਰਦੀ ਆ। ਕਿੱਦਾਂ ਕਰਦੀ ਆ ਜੀ? ਨਾ ਸਾਡਾ ਕੋਈ ਅਕਾਊਂਟ ਨੰਬਰ ਆ ਜੀ ਸੰਸਥਾ ਦਾ, ਨਾ ਅਸੀਂ ਕਿਸੇ ਨੂੰ ਦਿੱਤਾ, ਨਾ ਦੇ ਸਕਦੇ ਆ ਜੀ। ਸਾਨੂੰ ਸੰਗਤ ਕੰਟੈਕਟ ਕਰਦੀ ਆ ਵੀਰ ਜੀ ਵੀ ਦੱਸੋ ਤੁਹਾਨੂੰ ਲੋੜ ਕੀ ਆ ਜੀ। ਤਾਂ ਅਸੀਂ ਉਹਨਾਂ ਤੋਂ ਕਿਸੇ ਤੋਂ ਦਵਾਈਆਂ ਲੈ ਲੈਣੀਆਂ, ਕਿਸੇ ਤੋਂ ਕੱਪੜਾ ਜੀ, ਕਿਸੇ ਤੋਂ ਸਾਨੇ ਮੈਡੀਕਲ, ਕਿਸੇ ਤੋਂ ਦਵਾਈ, ਕੁਛ ਵੀ ਜੋ ਸਾਨੂੰ ਲੋੜ ਆ ਜੀ। ਕੁਰਸੀਆਂ, ਮੰਜੇ, ਜੋ ਚੀਜ਼ ਤੁਸੀਂ ਦੇਖ ਰਹੇ ਹੋ ਜੀ, ਟੈਲਾਂ, ਇੱਟਾਂ, ਰੇਤਾ, ਬਜਰੀ, ਸੀਮੈਂਟ, ਸਾਰਾ ਸੰਗਤ ਹੀ ਦਵਾ ਕੇ ਜਾਂਦੀ ਆ। ਸੰਗਤ ਸਾਡੇ ਕੋਲ ਕਿਸੇ ਭੈਣ ਭਰਾ ਨੂੰ ਭੇਜਦੇ ਨੇ ਜੀ।
ਹੁਣ ਅੱਗੇ ਕੀ ਆ ਜੀ, ਜਿੱਦਾਂ ਵੀਰ ਜੀ ਤੁਸੀਂ ਸਵਾਲ ਕੀਤਾ ਵੀ ਬਿਨਾਂ ਪੈਸੇ ਤੋਂ ਇਹ ਚੀਜ਼ ਚੱਲ ਨਹੀਂ ਸਕਦੀ, ਇਹ ਗੱਲ ਬਿਲਕੁਲ ਸਹੀ ਆ ਜੀ। ਹੁਣ ਅਸੀਂ ਅੱਗੇ ਕੀ ਕਰਾਂਗੇ ਜੀ, ਇੱਕ ਮੈਂਬਰ ਸਿਸਟਮ ਸਟਾਰਟ ਕਰਨ ਲੱਗੇ ਹਾਂ ਜੀ। ਜਿੱਦਾਂ ਤੁਸੀਂ ਸੱਤੀ ਵੀਰ ਜੀ ਸਾਡੇ ਮੈਂਬਰ ਬਣ ਗਏ, ਜੇ ਤੁਸੀਂ ਇਨ ਫਿਊਚਰ ਕਹੋ ਵੀ ਅਸੀਂ ਡੋਨੇਸ਼ਨ ਕਰਨੀ ਹੈ ਤਾਂ ਤੁਹਾਡੇ ਤੋਂ ਅਸੀਂ ਮਾਇਆ ਲੈ ਲਾਂਗੇ ਜੀ, ਕੈਸ਼ ਨਹੀਂ ਜੀ। ਤੁਹਾਨੂੰ ਸੰਸਥਾ ਦਾ ਅਕਾਊਂਟ ਨੰਬਰ ਦੇਵਾਂਗੇ ਜੀ, ਇੱਕ ਨੰਬਰ ਦੇ ਵਿੱਚ। ਉਹ ਜਦੋਂ ਮੰਨ ਲਓ ਵੀਰ ਜੀ ਅੱਜ ਤੋਂ 2-4 ਮਹੀਨੇ 6 ਮਹੀਨੇ ਨੂੰ ਸਾਡੇ ਕੋਲ 100 ਬੰਦਾ ਇਦਾਂ ਦਾ ਰਹਿੰਦਾ ਜਿਹੜੇ 100 ਦੇ 100 ਮਰੀਜ਼ ਨੇ, ਜਿਨ੍ਹਾਂ ਨੂੰ ਕਿਸੇ ਵਕਤ ਵੀ ਅਟੈਕ ਹੋ ਸਕਦਾ, ਦਿਮਾਗੀ ਬਿਮਾਰੀ ਨਾਲ ਪੀੜਤ ਨੇ, ਉਹਨਾਂ ਦਾ ਇਲਾਜ ਕਰਾਉਣ ਦੇ ਵਿੱਚ ਜੇ ਆਪਾਂ ਕਹੀਏ ਇੱਕ ਬੰਦੇ ਦੀ 1 ਮਹੀਨੇ ਦੀ 2500 ਰੁਪਏ ਦੀ ਦਵਾਈ ਆਉਂਦੀ ਹੈ ਜਨਰਿਕ, ਤਾਂ ਫਿਰ 100 ਬੰਦੇ ਦੀ ਹੋ ਗਈ 2.5 ਲੱਖ ਦੀ, ਅਸੀਂ ਕਿੱਦਾਂ ਲੈ ਕੇ ਆਵਾਂਗੇ ਜੀ। ਘਰਾਂ ਤੋਂ ਅਸੀਂ ਕੁਝ ਹੱਦ ਤੱਕ ਲਾ ਸਕਦੇ ਹਾਂ, ਪਰ ਇਹ ਵੀ ਨਹੀਂ ਹੈਗਾ ਅਸੀਂ ਇਹ ਘਰ ਬਣਾਉਣ ਲਈ ਆਪਦੇ ਘਰ ਸਾਰੇ ਖਰਾਬ ਕਰਦੀ ਹੈ। ਸੰਗਤ ਸਹਿਯੋਗ ਦਿੰਦੀ ਹੈ ਜੀ, ਸੰਗਤ ਮੈਂਬਰ ਬਣੂਗੀ ਜੀ ਤਾਂ ਸੰਗਤ ਤੋਂ ਕਾਉਂਟਰੀ ਕਰਕੇ ਇਹ ਘਰ ਨੇ ਚੱਲਣਾ। ਪਰ ਇਦਾਂ ਨਹੀਂ ਹੈਗਾ, ਸਾਡੇ ਕੋਲੇ ਸੰਗਤ ਵੀਰ ਜੀ ਤੁਸੀਂ ਸਵਾਲ ਕੀਤਾ ਸੀ, ਸਾਡੇ ਕੋਲੇ ਉਰੇ ਸੰਗਤ 4-4 5-5 ਲੱਖ ਰੁਪਏ ਵੀ ਲੈ ਕੇ ਆਈ ਹੈ ਜੀ, 15-15 ਲੱਖ ਰੁਪਏ ਸੰਗਤ ਉਰੇ ਲੈ ਕੇ ਆਈ ਹੈ, ਪਰ ਅਸੀਂ ਪੈਸੇ ਨਹੀਂ ਲੈ ਸਕਦੇ ਕਿਸੇ ਤੋਂ ਜੀ। ਸਾਡਾ ਕੰਮ ਆ, ਸਾਨੂੰ ਤੁਸੀਂ ਚੀਜ਼ ਦਵਾ ਸਕਦੇ ਹੋ, ਕੁਝ ਵੀ ਆ ਕੇ ਦਵਾ ਸਕਦੇ ਹੋ। ਸਾਨੂੰ ਹੁਣ ਸੰਗਤ ਨੇ ਗੱਡੀ ਦਵਾਉਣੀ ਆ ਡਾਲੇ ਵਾਲੀ ਜੀ, ਜਿਹਦੇ ਵਿੱਚ ਅਸੀਂ ਮਰੀਜ਼ ਚੱਕ ਕੇ ਲਿਆ ਸਕਦੇ ਹਾਂ। ਉਹ ਵੀ ਇੱਕ ਵੀਰ ਗੁਰੂ ਦਾ ਪਿਆਰਾ ਜੀ, ਉਹਨਾਂ ਨੇ ਸਾਨੂੰ ਕਾਰਨ, ਉਹਨਾਂ ਨੇ ਪੇਮੈਂਟ ਕਰਨੀ, ਅਸੀਂ ਉੱਥੋਂ ਗੱਡੀ ਲੈ ਲਾਂਗੇ। ਇਦਾਂ ਹੀ ਅਸੀਂ ਹਰ ਇੱਕ ਚੀਜ਼ ਜੋ ਤੁਸੀਂ ਘਰ ਦੀ ਦੇਖ ਰਹੇ ਹੋ ਵੀਰ ਜੀ, ਛੋਟੀ ਤੋਂ ਲੈ ਕੇ ਵੱਡੀ, ਸਾਨੂੰ ਸੰਗਤ ਨੇ ਹੀ ਦਵਾਈ ਆ ਜੀ। ਮੇਰਾ ਕੁਐਸਚਨ ਪੁੱਛਣ ਦਾ ਕਾਰਨ ਇਹ ਸੀਗਾ ਜੀ, ਕਿਉਂਕਿ ਆਪਾਂ ਦੇਖਿਆ ਕਿ ਹੁਣ ਲੋਕਡਾਊਨ ਦੇ ਦੌਰਾਨ ਵੀ ਹੈ ਨਾ, ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਸੋਸ਼ਲ ਮੀਡੀਆ ਉੱਤੇ ਕੰਮ ਕਰ ਰਹੀਆਂ ਨੇ, ਜਿਹੜਾ ਸੋਸ਼ਲ ਮੀਡੀਆ ਦੇ ਥਰੂ ਹੀ ਲੋਕਾਂ ਤੋਂ ਪੈਸਾ ਜਿਨ੍ਹਾਂ ਕੋਲ ਆ ਰਿਹਾ ਹੈ ਨਾ, ਆਪਣੇ ਵੀਡੀਓਜ਼ ਪਾਉਂਦੇ ਨੇ ਉਹ, ਉਸ ਤੋਂ ਬਾਅਦ ਫਿਰ ਉਹਨਾਂ ਨਾਲ ਬੰਦੇ ਜੁੜਦੇ ਨੇ ਤੇ ਉਹ ਡੋਨੇਟ ਕਰਦੇ ਨੇ, ਉਹਨਾਂ ਕੋਲ ਪੈਸਾ ਆਉਂਦਾ, ਫਿਰ ਹੈਲਪ ਕਰਦੇ ਆ। ਫਿਰ ਬਹੁਤ ਸਾਰੇ ਸਵਾਲ ਉੱਠਦੇ ਆ ਜਿਨ੍ਹਾਂ ਵਿੱਚੋਂ ਕਿ ਹੁਣ ਪਿੱਛੇ ਜੇ ਵੀ ਕੁਝ ਸੰਸਥਾਵਾਂ ਦੇ ਉੱਪਰ ਸਵਾਲ ਉੱਠੇਗੇ ਕਿ ਉਹ ਪੈਸੇ ਮਤਲਬ ਕਿ ਜਿਹੜੇ ਲੋਕਾਂ ਵੱਲੋਂ ਆਉਂਦੇ ਸੀਗੇ ਉਹ ਆਪਣੇ ਪਰਸਨਲ ਯੂਜ਼ ਵਾਸਤੇ ਯੂਜ਼ ਕਰਦੇ ਸੀ, ਹੈ ਨਾ। ਉਹ ਸਾਰੀਆਂ ਆਪਾਂ ਵੀਡੀਓਜ਼ ਦੇਖੀਆਂ ਹੋਣੀਆਂ। ਸੋ ਉਹ ਕਾਰਨ ਮੇਰਾ ਆ ਸੀਗਾ ਕਿ ਜਿਵੇਂ ਕੈਸ਼ਲੈਸ ਤੁਸੀਂ ਕਹਿੰਦੇ ਹੋ ਕਿ ਸੇਵਾ ਕਰ ਰਹੇ ਆ, ਕਿ ਉਹ ਕਿੱਦਾਂ ਪੋਸੀਬਲ ਹੋ ਸਕਦੀਆਂ ਉਹ ਗੱਲਾਂ। ਗੁਰਬਾਣੀ 'ਚ ਵੀ ਆਇਆ ਸੰਗਤ ਜੀ, ਇਹ ਮਾਇਆ ਕਲੈਣੀ ਆ, ਇਹਨੇ ਬੜੇ ਬੜੇ ਸਿੱਟ ਲਏ, ਬੜੇ ਬੜੇ ਪਰਿਵਾਰ ਖਰਾਬ ਕਰਤੇ। ਇਸ ਤਾਂ ਬਹੁਤ ਛੋਟੀ ਜਿਹੀ ਚੀਜ਼ ਆ। ਮੰਨ ਲਓ ਅਸੀਂ ਸੰਗਤ ਤੋਂ ਮਾਇਆ ਲੈਂਦੇ ਆ, ਕੋਈ ਇੱਕ ਬਾਂਹ ਖੜੀ ਕਰਕੇ ਕਹਿ ਦੇ ਬੰਦਾ ਵੀ ਮੈਂ ਮਾਇਆ ਲੈ ਲਈ, ਮੈਂ ਸਹੀਓ ਵਰਤ ਤੇ ਨਹੀਂ ਵਰਤੇ ਜਾਂਦੇ ਕਈ ਵਾਰੀ ਜੀ। ਸਾਡਾ ਕੰਮ ਕੀ, ਅਸੀਂ ਸ਼ੁਰੂ ਤੋਂ ਅਸੀਂ ਇੱਕ ਚੀਜ਼ ਰੱਖੀ ਵੀਰ ਜੀ ਵੀ ਸੰਗਤ ਨੂੰ ਅਕਾਊਂਟ ਨੰਬਰ ਨਹੀਂ ਦੇਣਾ ਕਦੇ ਵੀ। ਅਸੀਂ 100 ਦੀ ਜਗ੍ਹਾ ਤੇ 10 ਬੰਦਿਆਂ ਦੀ ਸੇਵਾ ਕਰ ਲਾਂਗੇ, ਪਰ ਮਾਇਆ ਨਹੀਂ ਲੈ ਸਕਦੇ ਜੀ। ਸਾਰੀ ਸੰਗਤ ਦੇਖੂਗੀ, ਜਾਣਦੀ ਹੈ ਜੀ। ਜਿੱਦਾਂ ਤੁਸੀਂ ਪੁੱਛਿਆ ਨਾ ਵੀ ਮਾਇਆ, ਜੋ ਤੁਸੀਂ ਸਵਾਲ ਕੀਤਾ ਜੀ, ਜੇ ਕੋਈ ਬੰਦਾ ਇਦਾਂ ਦੇ ਦਸਬੰਧ ਨੂੰ ਖਾਂਦਾ ਵੀਰ ਜੀ, ਉਹ ਇਹ ਕਹਿ ਸਕਦੇ ਹਾਂ ਅੱਜ ਦੇ ਯੁੱਗ ਦਾ ਸਭ ਤੋਂ ਪਾਪੀ ਬੰਦਾ, ਕਿਉਂਕਿ ਉਹ ਕਿਸੇ ਬੰਦੇ ਨੇ ਇੱਕ ਆਪਦੀ ਧਾਰਮਿਕ ਕਹਿ ਸਕਦੇ ਹਾਂ ਇੱਕ ਗੁਰੂ ਦੇ ਨਾਮ ਤੇ ਕੱਢੇ ਵੀ ਪੈਸੇ, ਜੇ ਮੰਨ ਲਓ ਪਾਲ ਖਰੋੜ ਖਾ ਜਾਵੇ ਤਾਂ ਤੁਸੀਂ ਇਹ ਲਾ ਲਓ ਵੀ ਪਾਲ ਖਰੋੜ ਦਾ ਹਸ਼ਰ ਕੀ ਹੋਊਗਾ ਜੀ। ਉਹ ਸੰਗਤ, ਜਿੱਦਾਂ ਤੁਸੀਂ ਕਿਹਾ ਵੀ ਕਿੱਦਾਂ ਪੋਸੀਬਲ ਹੋਊਗਾ, ਅਸੀਂ ਮੈਂਬਰ ਬਣਾ ਲਾਂਗੇ ਜੀ, ਸਾਡੇ ਕੋਲੇ ਮੈਂਬਰਾਂ ਦੇ ਥਰੂ ਅਸੀਂ ਕਾਉਂਟਰੀ ਕਰ ਲਾਂਗੇ ਜੀ। 100 ਆ, 200 ਆ, 500 ਆ ਮੈਂਬਰ, ਉੱਦਾਂ ਸਾਡਾ ਇਹ ਕੰਮ ਚੱਲੂਗਾ ਜੀ, ਇਹ ਸੇਵਾ ਚੱਲੂਗੀ ਜੀ। ਤੇ ਜਿਹੜਾ ਇੱਥੇ ਅਸੀਂ 20 ਮੁੰਡੇ ਇਸ ਟਾਈਮ ਆ ਜੀ, ਉਹ ਵੀ ਅਸੀਂ ਘਰਾਂ ਤੋਂ ਇੰਨੀ ਕੁ ਕਿਰਪਾ ਮਹਾਰਾਜ ਨੇ ਕੀਤੀ ਵੀ ਆ ਵੀ ਥੋੜਾ ਥੋੜਾ ਅਸੀਂ ਘਰੋਂ ਲਾਉਣ ਜੋਗੀ ਪਾਵਰ ਰੱਖਦੇ ਹਾਂ ਜੀ। ਇਹ ਵੀ ਨਹੀਂ ਹੈਗਾ ਵੀ ਸਾਰੇ ਬੜੀ ਚੜ੍ਹਦੀ ਕਲਾ ਜੀ, ਅੱਜ ਲੋੜ ਪੈ ਜੇ ਸਾਡੀ ਟੀਮ, ਅਸੀਂ ਅੱਜ ਵੀ 2-2000 ਰੁਪਏ ਇਕੱਠਾ ਕਰੀਏ ਤਾਂ ਸਾਡੇ ਕੋਲ 40-50 ਰੁਪਏ ਹੋ ਜਾਂਦਾ। ਹੁਣ ਅਸੀਂ 3 ਬੰਦਿਆਂ ਦੀਆਂ ਸਰਜਰੀਆਂ ਕਰਾਈਆਂ ਨੇ, ਉੱਥੇ ਅਸੀਂ ਕੀ ਕੀਤਾ, ਕਿਸੇ ਤੋਂ ਸੰਗਤ ਤੋਂ ਸਿੱਧਾ ਹਸਪੀਟਲ ਦੇ ਵਿੱਚ ਪੈਸੇ ਜਮ੍ਹਾਂ ਕਰਾਤੇ, ਕਿਸੇ ਨੂੰ ਕੋਲ ਬੁਲਾ ਲਿਆ ਵੀ ਤੁਸੀਂ ਹਸਪੀਟਲ ਜਮ੍ਹਾਂ ਕਰਾ ਦਿਓ। ਇੱਦਾਂ ਸਾਡਾ ਉਹ ਕੰਮ ਚੱਲਦਾ ਜੀ, ਇੱਦਾਂ ਹੀ ਲਾਈਫ ਟਾਈਮ ਚੱਲੂਗਾ ਵੀਰ ਜੀ। ਜਿੱਦਾਂ ਸਾਡੇ ਕੋਲ ਮਰੀਜ਼ ਨੇ, ਮੰਨ ਲਓ ਸਾਨੂੰ ਮਰੀਜ਼ ਦੀ ਅੱਜ ਲੋੜ ਪੈ ਜਾਂਦੀ ਆ ਇਲਾਜ ਕਰਾਉਣ ਦੀ, ਤਾਂ ਸੰਗਤ ਸਾਡੇ ਕੋਲੇ ਜੁੜੀ ਵੀ ਆ। ਸੰਗਤ ਨੂੰ ਅਸੀਂ ਉੱਥੇ ਹਸਪੀਟਲ ਬੁਲਾਉਣਾ, ਐ ਨਹੀਂ ਹੈਗਾ ਵੀ ਸੰਗਤ ਨੂੰ ਮੈਂ ਕਹਿਦਾ ਵੀ ਸਤਪਾਲ ਸਿੰਘ ਦੇ ਨਾਮ ਤੇ ਵੈਸਟਰਨ ਯੂਨੀਅਨ 'ਚ ਭੇਜ ਦਿਓ। ਉਹ ਕਿਸੇ ਹੱਦ ਤੱਕ ਸਾਨੂੰ ਲੈਣੇ ਵੀ ਪੈਣਗੇ ਜਦੋਂ ਸਾਡੀ ਉਹ ਲੋੜ ਹੋਊਗੀ, ਕਿਉਂਕਿ ਵੀਰ ਜੀ ਇੱਥੇ ਇੱਕ ਸੰਗਤ ਨੂੰ ਵੀ ਦੱਸਣਾ ਚਾਹੁੰਦੇ ਆ, ਪੈਸਾ ਸਾਡੀ ਲੋੜ ਆ, ਭੁੱਖ ਨਹੀਂ ਹੈਗੀ। ਤੁਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਿਓ ਸਾਡੀ ਪੈਸਾ ਲੋੜ ਹੀ ਰਹੇ। ਜਿੱਦਣ ਭੁੱਖ ਬਣ ਗਈ ਉਦੋਂ ਇਹ ਸੰਸਥਾਵਾਂ ਸੈਲਰ ਬਣਨ 'ਚ ਦੇਰ ਨਹੀਂ ਲੱਗਦੀ ਜੀ, 1 ਸਕਿੰਟ ਲੱਗਦਾ ਜੀ। ਮਾਇਆ ਕਲੈਣੀ ਆ, ਇਹਨੇ ਬੜੇ ਬੜੇ ਸਿੱਟ ਲਏ। SGPC ਦਾ ਰੌਲਾ ਮਾਇਆ ਦਾ, ਸਾਰਾ ਰੌਲਾ ਮਾਇਆ ਦਾ ਹੀ ਚੱਲ ਰਿਹਾ। ਸਾਰੇ ਕਿਤੇ ਮਾਇਆ ਨੇ ਹੀ ਕੰਮ ਉਲਝਾ ਰੱਖਿਆ ਜੀ, ਪਰ ਉਹ ਮਾਇਆ ਤੋਂ ਦੂਰ ਆਪਾਂ ਨੂੰ ਰਹਿਣਾ ਪੈਣਾ, ਤਾਂ ਹੀ ਸੰਸਥਾਵਾਂ, ਤਾਂ ਸੇਵਾ ਚੱਲ ਸਕਦੀ ਆ। ਮਾਇਆ ਨੂੰ ਲੋੜ ਰੱਖਿਆ ਜਾਵੇ, ਹੰਕਾਰ ਤੇ ਭੁੱਖ ਨਾ ਬਣਾਇਆ ਜਾਵੇ। ਕਿੱਦਾਂ ਵੀਰ ਜੀ, ਹੁਣ ਆਪਣੀ ਗੱਡੀ ਲੋਡ ਹੁੰਦੀ ਹੈ ਜੀ, ਆਪਾਂ ਗੱਡੀ ਨੂੰ ਵਰਤਦੇ ਹਾਂ। ਹੁਣ ਆਪਾਂ ਗੱਡੀ ਦੀ ਜਗ੍ਹਾ ਤੇ ਇੱਕ ਜ਼ਮੀਨ ਵੇਚ ਕੇ ਆਡੀ ਲਈ, ਉਹ ਆਪਣਾ ਹੰਕਾਰ, ਉਹ ਆਪਣੀ ਭੁੱਖ ਹੈ ਜੀ। ਬਿਲਕੁਲ। ਤੇ ਹੁਣ ਇੱਕ ਗੱਲ ਮੈਂ ਪੁੱਛੂੰਗਾ, ਪਰਸਨਲ ਹੈ ਕਿ ਪਾਲ ਖਰੋੜ ਜੀ, ਜਿਵੇਂ ਹੁਣ ਚਲੋ ਇਹ ਤਾਂ ਹੋ ਗਈ ਸੰਸਥਾ ਦੀ ਗੱਲ ਜੀ, ਕਿਉਂਕਿ ਸੰਸਥਾਵਾਂ ਤੋਂ ਪਹਿਲਾਂ ਆਪਣੇ ਪਰਿਵਾਰ ਵੀ ਹੁੰਦੇ ਆ, ਤੇ ਉਹ ਪਰਿਵਾਰਕ ਗੁਜ਼ਾਰਾ ਕਿਵੇਂ ਚੱਲਦਾ, ਕਿਉਂਕਿ ਜਿਹੜੀ ਆਡੀਅנס ਦੇਖ ਰਹੀ ਹੋਊਗੀ ਉਹਨਾਂ ਨੂੰ ਵੀ ਇਹ ਗੱਲ ਦਾ ਹੋਊਗਾ ਕਿ ਚਲੋ ਸੇਵਾ ਆਪਾਂ ਲੋਕਾਂ ਦੀ ਕਰ ਰਹੇ ਹਾਂ, ਪਰ ਆਪਣੇ ਪਿੱਛੇ ਕਿਵੇਂ ਜਾ ਰਿਹਾ, ਕਿਉਂਕਿ ਉਹਨਾਂ ਗੱਲਾਂ ਕਰਕੇ ਬਾਅਦ ਚ ਕੁਐਸਚਨ ਉੱਠਦੇ ਜੀ। ਪਰਿਵਾਰ ਦੇ ਵਿੱਚ ਵੀਰ ਜੀ ਇੱਦਾਂ ਜੀ, ਸਾਡੇ ਕੋਲ 14-15 ਕਿੱਲੇ ਜ਼ਮੀਨ ਹੈ, ਅਸੀਂ ਖੇਤੀ ਕਰਦੇ ਹਾਂ ਜੀ। ਮੇਰਾ ਛੋਟਾ ਭਰਾ ਬਾਹਰ ਆ ਜੀ,
ਮੈਂ ਮੈਰਿਡ ਆ, ਮੇਰੇ ਕੋਲ ਗੁੜੀ ਆ ਜੀ। ਜੀ। ਪਰਿਵਾਰ ਦੀ ਬੜੀ ਚੜ੍ਹਦੀ ਕਲਾ ਜੀ। ਨਾ ਤਾਂ ਇੱਥੋਂ ਕੁਝ ਠੱਗੀਆਂ ਮਾਰ ਕੇ ਘਰੇ ਦੇਣੇ ਨੇ ਪੈਸੇ ਜੀ। ਮੈਂ ਸਮਝਦਾ ਮੈਂ ਮੇਰੇ ਬਾਪ ਨੂੰ ਇੱਥੋਂ 500 ਦੀ ਠੱਗੀ ਮਾਰ ਕੇ ਜਾ ਕੇ ਫੜਾਵਾਂ, ਕਿਹੜੇ ਮੂੰਹ ਨਾਲ ਘਰੇ ਵੜੂੰਗਾ ਜੀ? ਕਿਹੜੇ ਮੂੰਹ ਨਾਲ ਮੈਂ ਆਪਣੀ ਮਾਂ ਨੂੰ ਜਾ ਕੇ ਇੱਥੋਂ ਠੱਗੀ ਮਾਰ ਕੇ 2000 5000 20000 ਜਾ ਕੇ ਫੜਾਵਾਂ? ਮੈਂ ਕਹਿੰਦਾ ਪਰਮਾਤਮਾ 1 ਸਕਿੰਟ ਦੇ ਵਿੱਚ ਸਾਹ ਖਤਮ ਕਰ ਦੇਵੇ। ਕਿਉਂ? ਦਸਬੰਧ ਆ ਵੀਰ ਜੀ, ਸਾਡੀ ਯਾਰੀ ਦੇ ਪੈਸੇ ਅਸੀਂ ਇਕੱਠੇ ਕਰਦੇ ਹਾਂ, ਚਾਹੇ ਅਸੀਂ ਖਾ ਵੀ ਜਾਈਏ ਜੀ। ਗੱਲ ਕਰਦੇ ਆ ਇੱਕ, ਪਰ ਜਿਹੜਾ ਦਸਬੰਧ ਦਾ ਪੈਸਾ ਜਿਹੜਾ ਖਾਊਗਾ ਨਾ ਵੀਰ ਜੀ, ਉਹ ਪਰਮਾਤਮਾ ਦੇਖਦਾ। ਦੇਖਣਾ ਕਿਸੇ ਨੇ ਨਹੀਂ ਹੈਗਾ, ਪਰ ਉਹ ਪਰਮਾਤਮਾ ਦੇਖਦਾ। ਤੁਸੀਂ ਪਰਿਵਾਰ ਦੀ ਗੱਲ ਕਰੀ, ਕਿਸਾਨੀ ਦਾ ਜਿਹੜਾ ਚੱਲ ਰਿਹਾ ਅੱਜ ਕੱਲ੍ਹ ਮੁੱਦਾ, ਜੇ ਇੱਦਾਂ ਦੀਆਂ ਜਿਹੜੇ ਬਿੱਲ ਪਾਸ ਹੋਏ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਜੀ। ਪਰਿਵਾਰ ਦਾ ਬਹੁਤ ਸੋਹਣਾ ਰੁਜ਼ਗਾਰ ਚੱਲ ਰਿਹਾ ਜੀ ਖੇਤੀ ਤੋਂ, ਤੇ ਮੇਰਾ ਛੋਟਾ ਭਰਾ ਬਾਹਰ ਆ ਜੀ। ਮਹਾਰਾਜ ਅੱਗੇ ਕਿਰਪਾ ਕਰਦੇ ਨੇ, ਨਾ ਤਾਂ ਆਪਾਂ ਠੱਗੀਆਂ ਮਾਰ ਕੇ ਘਰੇ ਪੈਸੇ ਦੇਣੇ ਨੇ, ਘਰੋਂ ਕੁਛ ਨਾ ਕੁਛ ਲੈ ਕੇ ਆਉਣੇ ਆ ਜੀ। ਤੁਸੀਂ ਬੱਚਾ ਦੇਖਿਆ ਦੀ ਸਾਡੇ ਕੋਲੇ, ਉਹਨੂੰ ਮੇਰਾ ਪਰਿਵਾਰ ਹੀ ਸਾਂਭਦਾ ਜੀ, ਮੇਰੇ ਮੰਮੀ ਸਾਂਭਦੇ ਨੇ ਜੀ। ਘਰੇ ਸਾਰਾ ਦਿਨ ਆਪਾਂ ਸਾਰਾ ਦਿਖਾਣਾ ਹੈ, ਮਤਲਬ ਕਿ ਜੀ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਨੇ ਉਹ ਸਾਰੇ ਆਪਾਂ ਦਿਖਾਵਾਂਗੇ। ਤੇ ਭਾਜੀ ਹੁਣ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸੰਸਥਾ ਬਾਰੇ ਕਿ ਕਿੰਨੇ ਕੁ ਬੰਦੇ ਇੱਥੇ ਨੇ ਤੇ ਹੁਣ ਤੱਕ ਕਿੰਨੇ ਕੁ ਬੰਦਿਆਂ ਦੇ ਇਲਾਜ ਕਰਵਾ ਚੁੱਕੇ ਹੋ? ਜਿਹੜੇ ਤਾਂ ਵੀਰ ਜੀ ਇਲਾਜ ਦੀ ਗੱਲ ਆ ਜੀ, ਉਹ ਤਾਂ ਕੋਈ ਗਿਣਤੀ ਹੋ ਨਹੀਂ। 500-700 ਬੰਦਾ ਇੱਦਾਂ ਦਾ ਸੀ ਲੋੜਵੰਦ ਪੰਜਾਬ ਦੇ ਵਿੱਚੋਂ। ਅਸੀਂ ਪੰਜਾਬ ਦੇ ਵਿੱਚੋਂ ਬੰਦਾ ਸਿਲੈਕਟ ਕਰਦੇ ਸੀ ਲੋੜਵੰਦ, ਤੇ ਉਹਦਾ ਸੋਸ਼ਲ ਮੀਡੀਆ ਰਾਹੀਂ ਜਿੱਦਾਂ ਤੁਹਾਨੂੰ ਦੱਸਿਆ ਸੰਗਤ ਵੀ ਜਾਣਦੀ ਆ, ਸਿੱਧਾ ਹਸਪੀਟਲ ਦੇ ਵਿੱਚ ਇਲਾਜ ਕਰਾਈ ਜਾਂਦੇ ਸੀ। ਕੋਈ ਐਸਾ ਸਮਾਂ ਸੀ 30-30 32-32 ਮਰੀਜ਼ ਵੀਰ ਜੀ ਇੱਕੋ ਲਖਤ ਅਸੀਂ ਐਡਮਿਟ ਕਰਾ ਕੇ ਇਲਾਜ ਕਰਵਾ ਦਿੰਦੇ ਸੀਗੇ ਸਰਕਾਰੀ ਹਸਪੀਟਲ ਤੋਂ। ਉਸ ਤੋਂ ਬਾਅਦ ਵੀਰ ਜੀ ਇੱਥੇ ਆ ਜਿਹੜਾ ਇਹ ਘਰ ਦੇ ਵਿੱਚ, ਜਿੱਦਾਂ ਅਸੀਂ ਬਾੜਿਆਂ ਦੇ ਵਿੱਚੋਂ ਬੰਦੇ ਛਡਵਾਏ ਸੀ, ਇੱਕ ਜਗਤਪੁਰੇ ਤੋਂ ਛਡਵਾਇਆ, ਉਹਦਾ ਘਰ ਲੱਭ ਗਿਆ ਸੀ। ਇੱਕ ਅਸੀਂ ਪਟਿਆਲੇ ਉਰੇ ਕਾਲੀਆ ਮਾਜਰੀ ਪਿੰਡ ਤੋਂ ਇੱਕ ਬਾੜੇ ਚੋਂ ਛਡਵਾਇਆ, ਉਹ 20-25 ਸਾਲ ਦਾ ਹੀ ਕਹਿੰਦੇ ਨੇ, ਪਰ ਉਹ ਸਾਨੂੰ ਬਾਅਦ ਚੋਂ ਜਾ ਕੇ ਪਤਾ ਲੱਗਿਆ ਉਹ 6-7 ਸਾਲ ਦਾ ਪਰਿਵਾਰ ਨਾਲੋਂ ਵਿਛੜਿਆ ਵਾ ਸੀ, ਉਹਦਾ ਪਰਿਵਾਰ ਲੱਭ ਗਿਆ। ਐਦਾਂ ਹੀ ਕਾਫੀ 5-7 ਬੰਦਿਆਂ ਦੇ ਪਰਿਵਾਰ ਲੱਭ ਗਏ। ਕੁਝ ਬੰਦੇ ਸਾਡੇ ਕੋਲੋਂ ਠੀਕ ਹੋ ਕੇ ਚੱਲ ਗਏ। 15-16 ਬੰਦੇ ਸਾਡੇ ਕੋਲ ਇਸ ਟਾਈਮ ਹੈਗੇ ਨੇ ਜੀ, ਜਿਨ੍ਹਾਂ ਦੀ 3 ਦੀ ਤਾਂ ਕੱਲ ਪਰਸੋਂ ਸਰਜਰੀ ਹੋਈ ਆ। 3 ਉਹ ਇਨਸਾਨ ਸੀ ਜਿਨ੍ਹਾਂ ਦੇ ਕੀੜੇ ਵੀਰ ਜੀ, ਕਿਸੇ ਦੇ ਪੈਰ ਦੇ ਵਿੱਚ, ਕਿਸੇ ਦੇ ਲੱਤ ਦੇ ਵਿੱਚ। ਇੱਕ ਦੇ ਤਾਂ ਇਦਾਂ ਦੇ ਹਾਲਾਤ ਨੇ ਵੀਰ ਜੀ, ਅਸੀਂ ਪਟਿਆਲੇ ਗੁਰੂ ਨਾਨਕ ਨਗਰ ਦੇ ਵਿੱਚੋਂ ਲੈ ਕੇ ਆਏ ਜੀ ਬਜ਼ੁਰਗਾਂ ਨੂੰ। ਦੱਸਣਾ ਚਾਹੁੰਦੇ ਹਾਂ, ਕਈ ਵਾਰੀ ਇੱਕ ਕਹਾਵਤ ਬਣਦੀ ਆ ਵੀ ਧੀਆਂ ਬਾਪ ਦਾ ਵੱਧ ਪਿਆਰ ਕਰਦੀਆਂ ਨੇ, ਪਰ ਜਿਹੜੇ ਬਜ਼ੁਰਗ ਆਪਾਂ ਸੰਗਤ ਨੂੰ ਵੀ ਮਿਲਾਵਾਂਗੇ, ਉਹ ਬਜ਼ੁਰਗਾਂ ਦੀਆਂ 3 ਧੀਆਂ ਜੀ, 3 ਜਵਾਈ ਜੀ। 3 ਜਵਾਈ ਕਹਿੰਦੇ ਜਿਹੜੇ ਬਜ਼ੁਰਗ ਕੋਲੇ 2 ਕਮਰੇ ਨੇ, ਸਾਡੇ ਨਾਮ ਲਵਾ ਦੇ ਤਾਂ ਤੇਰੀ ਸੇਵਾ ਹੋਊਗੀ ਜੀ। ਉਹ ਬਜ਼ੁਰਗ ਦੇ ਪੂਰੀ ਲੱਤ ਦੇ ਵਿੱਚ ਕੀੜੇ ਜੀ, ਪੂਰੀ ਲੱਤ ਦੇ ਵਿੱਚ ਕੀੜੇ। ਉਹਨਾਂ ਦੀ ਕੱਲ ਸਰਜਰੀ ਹੋਈ ਆ ਜੀ। ਮੈਨੂੰ ਲੱਗਦਾ ਨਹੀਂ ਉਹਨੂੰ ਕੋਈ ਅੱਗੇ ਬਜ਼ੁਰਗ ਨੂੰ ਲੈ ਕੇ ਜਾਊਗਾ ਜੀ। ਸਭ ਕੁਝ ਫੇਲ ਹੈ ਇੱਥੇ, ਧੀਆਂ ਵਾਲਾ ਮਸਲਾ ਹੀ ਫੇਲ ਹੋ ਗਿਆ ਜੀ। ਕੋਈ ਹਮਦਰਦੀ ਨਹੀਂ ਕਿਸੇ ਨੂੰ, ਸਭ ਅੱਜ ਦੁਨੀਆ ਗਲਤਾਨ ਪੈਸੇ 'ਚ ਹੈ ਜੀ। ਸਾਡੇ ਕੋਲ ਇੱਕ ਵੀਰ ਰਹਿੰਦਾ ਜੀ, ਅਸੀਂ ਅਟਾਰੀ ਬਾਰਡਰ ਤੋਂ ਲੈ ਕੇ ਆਏ ਸੀ, ਡਿੰਪਲ ਕੁਮਾਰ। ਉਹ ਜਿੱਥੇ ਆਪਾਂ ਦੇਸ਼ ਦਾ ਝੰਡਾ ਲਹਿਰਾਉਂਦੇ ਆ, ਉਹਦੇ ਬਿਲਕੁਲ ਨਾਲ ਸਾਡਾ ਹੀ ਯਾਰ ਬੱਚਾ, ਸਾਡਾ ਹੀ ਭਰਾ ਕੀੜਿਆਂ ਤੋਂ ਖਾਧਾ ਜਾ ਰਿਹਾ। ਕੀ ਕਰਾਂਗੇ ਆਪਾਂ ਇਦਾਂ ਦੀ ਤਰੱਕੀ ਨੂੰ, ਜਿੱਥੇ ਦੇਸ਼ ਦੇ ਝੰਡੇ ਥੱਲੇ ਸਾਡੇ ਹੀ ਭੈਣ ਭਾਈਆਂ ਦੇ ਲੱਤਾਂ ਦੇ ਵਿੱਚ ਕੀੜੇ। ਇੱਕ ਇਹ ਕਹਿ ਸਕਦੇ ਆ ਲੋਕੀ ਜਾਨਵਰ ਦੇ ਨਹੀਂ ਦੇਖ ਸਕਦੇ ਦੀ, ਅੱਜ ਇਨਸਾਨ ਦੇ ਦੇਖਣੇ ਪੈ ਰਹੇ ਨੇ। ਕਿਹੜੀ ਤਰੱਕੀ, ਕਿਹੜੇ ਅੱਛੇ ਦਿਨਾਂ ਦੀ ਗੱਲ ਕਰਦੇ ਆ ਜੀ ਆਪਾਂ। ਉਹ ਇਨਸਾਨ ਅਸੀਂ ਲੈ ਕੇ ਆਂਦਾ ਵੀਰ ਜੀ, ਉਹਦਾ ਵੀ ਇਲਾਜ ਹੋ ਗਿਆ ਜੀ। ਇੱਕ ਸਾਡੇ ਕੋਲੇ ਤਰਨ ਤਾਰਨ ਤੋਂ ਆ ਵੀਰ, ਉਹਦੀ ਵੀ ਦੇਖੋ ਕਿਸਮਤ ਕਿੱਦਾਂ ਗੇੜਾ ਖਾ ਗਈ ਵੀਰ ਜੀ। ਉਹ ਬੰਦਾ ਪਾਠੀ ਸਿੰਘ ਸੀ, ਗੁਰੂ ਸਾਹਿਬ ਦੇ ਕਿੰਨਾ ਨੇੜੇ ਹੋਣਾ ਜੀ। ਉਹ ਹਰ ਰੋਜ਼ ਗੁਰਬਾਣੀ ਦਾ ਜਾਪ ਕਰਨ ਵਾਲਾ ਇਨਸਾਨ ਦੇ ਕੋਈ ਇੱਦਾਂ ਦੇ ਮਾੜੇ ਕਰਮ ਲਾ ਲਓ, ਮਹਾਰਾਜ ਨੇ ਉਹਦੇ ਪੈਰ ਦੇ ਵਿੱਚ ਸੱਟ ਵੱਜਦੀ ਆ, ਕੀੜੇ ਪੈ ਜਾਂਦੇ ਨੇ। ਉਹਦਾ ਵੀ ਵੀਰ ਦਾ ਇਲਾਜ ਹੋ ਗਿਆ, 1 ਮਹੀਨਾ ਲੱਗਿਆ ਉਹਨੂੰ ਜੀ। ਉਹ ਬਿਲਕੁਲ ਠੀਕ ਹੋ ਜਾਊਗਾ ਆਉਣ ਵਾਲੇ ਕੁਝ ਸਮੇਂ ਤੱਕ ਜੀ। ਇੱਦਾਂ ਹੀ ਸਾਡੇ ਕੋਲੇ ਬਜ਼ੁਰਗ ਬਾਪੂ 15-16 ਜਾਣੇ ਹੈਗੇ ਨੇ ਜੀ। ਹੁਣ 3 ਜਾਣਿਆਂ ਨੂੰ ਅਸੀਂ ਘਰਾਂ ਘਰੀ ਭੇਜ ਦਾਂਗੇ ਜੀ, ਕਿਉਂਕਿ ਠੀਕ ਹੋ ਗਏ। ਉਹ 3-4 ਜਣਿਆਂ ਦੀ ਜਗ੍ਹਾ ਤੇ ਹੋਰ ਬੰਦੇ ਲੈ ਆਵਾਂਗੇ ਜੀ। ਜਦੋਂ ਇਹ ਘਰ ਕੰਪਲੀਟ ਹੋ ਗਿਆ, ਫਿਰ ਸਾਡਾ ਟਾਰਗੇਟ ਵੀਰ ਜੀ 150-200 ਬੰਦੇ ਦਾ ਹੈਗਾ ਜੀ। ਪਰ ਉਹ ਅਸੀਂ ਲੈ ਕੇ ਉਹ ਆਉਣੇ ਨੇ ਜਿਹੜੇ ਸੜਕਾਂ ਤੇ ਗਲ ਰਹੇ ਨੇ ਜੀ। ਐਦਾਂ ਨਹੀਂ ਹੈਗਾ ਵੀ ਜਿਹੜੇ ਨਾਰਮਲ ਇੱਕ ਬੰਦਾ, ਮੰਨ ਲਓ ਮੈਂ ਆ ਜੀ, ਮਜਬੂਰੀ ਆ ਸਾਡੀ, ਸਾਨੂੰ ਇੱਕ ਬੰਦੇ ਨੂੰ ਬੰਨਣਾ ਵੀ ਪਿਆ ਜੀ, ਕਿਉਂਕਿ ਕਰੰਟ ਦਾ ਕੰਮ ਚੱਲ ਰਿਹਾ ਅੰਦਰ। ਜਿਹੜੇ ਬੰਦੇ ਬਿਲਕੁਲ ਕ੍ਰਿਟੀਕਲ ਨੇ, ਜਿਨ੍ਹਾਂ ਨੂੰ ਵੀਰ ਜੀ ਘਰਾਂ ਦੇ ਵਿੱਚ ਇਹ ਕਹਿ ਸਕਦੇ ਜਿਹੜੇ ਆਪਣਾ ਮਲ ਮੂਤਰ ਖਾਣ ਤੱਕ ਮਜਬੂਰ ਨੇ, ਜਿਹੜੇ ਸੜਕਾਂ ਤੇ ਗਲ ਰਹੇ ਨੇ ਜੀ। ਹੁਣ ਸਾਨੂੰ ਜਲੰਧਰ ਤੋਂ ਫੋਨ ਆਇਆ ਜੀ, ਪੈਰ ਦੇ ਵਿੱਚ ਕੀੜੇ ਨੇ, ਆਪਣਾ ਪੰਜਾਬੀ ਭਰਾ ਜੀ, ਉਹ ਉੱਦਾਂ ਦੇ ਵੀਰਾਂ ਲਈ ਇਹ ਘਰ ਜੀ। ਅੱਗੇ ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ ਵੀਰ ਜੀ। ਬਾਕੀ ਸੰਗਤ ਆ ਜੀ, ਜਿਵੇਂ ਜਿਵੇਂ ਸੰਗਤ ਕਰਵਾਊਗੀ ਜਾਂ ਗੁਰੂ ਸਾਹਿਬ ਇਹ ਕਾਰਜ ਕਰਾਉਣਗੇ ਆਪਾਂ ਤਾਂ ਕਰੀ ਜਾਵਾਂਗੇ। ਪਰ ਮਹਾਰਾਜ ਇੱਕ ਕਿਰਪਾ ਕਰਨ, ਸੰਗਤ ਵੀ ਅਰਦਾਸ ਕਰੇ ਸਾਡੇ ਤੇ। ਮਹਾਰਾਜ ਇਹ ਪੈਸੇ ਦੀ ਜਿਹੜੀ ਲੋੜ ਆ, ਜਿਹੜੀ ਦੌੜ, ਅੱਜ ਕੱਲ੍ਹ ਬੰਦਾ ਪਤਾ ਕੀ ਸੋਚਦਾ ਵੀਰ ਜੀ, ਵੀ ਜਿਹੜੀਆਂ ਸੰਸਥਾਵਾਂ ਨੇ ਇਹ ਸਾਰੇ ਚੋਰ ਨੇ। ਜਦੋਂ ਇਹ ਪਿੱਛੇ ਜੇ ਮਸਲਾ ਉੱਠਿਆ, ਜਿਹੜਾ ਪਿੱਛੇ ਮਸਲਾ ਉੱਠਿਆ, ਉਹਦੇ ਕਰਕੇ ਸਾਰਾ ਕੁਝ ਵਿਗੜ ਗਿਆ ਮਾਹੌਲ। ਮਤਲਬ ਕਿ ਪਹਿਲਾਂ ਸਾਰਾ ਕੁਝ ਠੀਕ ਚੱਲਦਾ ਸੀ, ਬਟ ਕਹਿੰਦੇ ਨੇ ਕਿ ਜਿੱਥੇ ਚੰਗੇ ਹੁੰਦੇ ਨੇ ਉੱਥੇ ਬੰਦੇ ਵੀ ਹੁੰਦੇ ਨੇ ਨਾ ਬੰਦੇ। ਸੋ ਉਹਨਾਂ ਕਰਕੇ ਇੱਕ ਮਛਲੀ ਤਲਾਬ ਨੂੰ ਗੰਦਾ ਕਰ ਦਿੰਦੀ, ਉਹ ਵਾਲੀ ਗੱਲ ਹੈ। ਕਈ ਵਾਰ ਕੋਈ ਹੁੰਦਾ ਮਾੜਾ ਤੇ ਉਹਦੇ ਕਰਕੇ ਸਾਰੀਆਂ ਸੰਸਥਾਵਾਂ ਦੇ ਉੱਪਰ ਹੀ
ਜੀ ਜੀ ਉਦਾਂ ਦਾ ਬਣ ਪਰ ਗਿਆ। ਵੀਰ ਜੀ ਜਿਹੜਾ ਦਸਵੰਧ ਖਾਊਗਾ ਨਾ ਬੁਰੇ ਹਾਲ ਹੀ ਹੋਣਗੇ ਜੀ। ਇੱਕ ਗੱਲ ਆ ਜੀ, ਅਸੀਂ ਖਾਵਾਂਗੇ ਨਾ, ਪਰਮਾਤਮਾ ਮੈਂ ਕਹਿੰਦਾ ਵੀਰ ਜੀ ਉਹ ਜਿਹੜੀ ਚੱਕੀ ਆ ਨਾ ਜੀ, ਪੀਸ ਦੀ ਬਹੁਤ ਬਰੀਕ ਆ, ਚੱਲਦੀ ਬਹੁਤ ਹੌਲੀ ਆ। ਦਸਵੰਧ ਤਾਂ ਵੀਰ ਜੀ ਗੁਰਬਾਣੀ 'ਚ ਦਸਵੰਧ ਜੇ ਨਾ ਸ਼ਬਦ ਹੁੰਦਾ, ਇਹ ਕਿੱਦਾਂ ਸੇਵਾ ਚੱਲਦੀਆਂ, ਕਿੱਦਾਂ ਬਾਬੇ ਨਾਨਕ ਗੁਰੂ ਸਾਹਿਬ ਨੇ ਕਿੱਡੀ ਜ਼ਿਆਦਾ ਦਾਤ ਦਿੱਤੀ ਆਪਾਂ ਨੂੰ ਦਸਵੰਧ ਦੀ। ਪਰ ਵੀਰ ਜੀ ਦਸਵੰਧ ਕਿਰਪਾ ਤੋਂ ਬਿਨਾਂ ਨਿਕਲਦਾ ਨਹੀਂ। ਜਿਹੜਾ ਬੰਦਾ ਦਸਵੰਧੇ ਖਾ ਗਿਆ ਜੀ, ਉਹ ਕਿੱਥੇ ਜਾਊਗਾ ਜੀ। ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨੇ ਖਾਦਾ ਜਾਂ ਨਹੀਂ ਖਾਦਾ, ਜਿਵੇਂ ਪਿੱਛੇ ਇਲਜ਼ਾਮ ਲੱਗਿਆ, ਉਹ ਜੇ ਇਲਜ਼ਾਮ ਲੱਗਿਆ, ਜੇ ਤਾਂ ਉਹ ਸੱਚ ਸੀਗਾ ਤਾਂ ਸੰਗਤ ਸਾਹਮਣੇ ਆਉਣਾ ਚਾਹੀਦਾ ਜੀ। ਜੇ ਉਹ ਝੂਠ ਸੀ ਤਾਂ ਵੀ ਆਉਣਾ ਚਾਹੀਦਾ। ਦੇਖੋ ਬੇਬੁਨਿਆਦ ਕਿਸੇ ਤੇ ਇਲਜ਼ਾਮ ਵੀ ਚੰਗਾ ਨਹੀਂ, ਪਰ ਜੇ ਉਹਨਾਂ ਨੇ ਗਲਤੀ ਕੀਤੀ ਹੈ ਤਾਂ ਉਹ ਵੀ ਸੰਗਤ ਸਾਹਮਣੇ ਆਉਣਾ ਚਾਹੀਦਾ ਜੀ। ਚੰਗੇ ਮਾੜੇ ਦਾ ਪਤਾ ਲੱਗਣਾ ਚਾਹੀਦਾ ਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜਿਵੇਂ ਜਦੋਂ ਤੁਸੀਂ ਇਹਨਾਂ ਲੋੜਵੰਦਾਂ ਨੂੰ, ਪਰਿਵਾਰਾਂ ਨੂੰ ਇਲਾਜ ਕਰਵਾਉਣ ਤੋਂ ਬਾਅਦ ਪਰਿਵਾਰਾਂ ਨੂੰ ਸੌਂਪਦੇ ਵਾਪਸ ਇਹਨਾਂ ਦੁਆਰਾ, ਫਿਰ ਉਸ ਤੋਂ ਬਾਅਦ ਕੋਈ ਲਿਖਤ ਪੜਤ ਕੋਈ ਐਦਾਂ ਦਾ ਕਰਦੇ ਹੋ ਜੀ? ਜਦੋਂ ਵੀ ਵੀਰ ਜੀ ਅਸੀਂ ਬੰਦਾ ਮੰਨ ਲਓ ਰੋਡ ਤੋਂ ਚੱਕਦੇ ਹਾਂ ਜੀ, ਹਾਂਜੀ, ਤਾਂ ਉੱਥੇ ਵੀ ਅਸੀਂ ਥਾਣੇ ਇਤਲਾਹ ਦਿੰਨੇ ਆ ਜੀ। ਜਦੋਂ ਅਸੀਂ ਪਿੰਡ ਤੋਂ ਕਿਸੇ ਬੰਦਾ ਲੈ ਕੇ ਆਉਂਦੇ ਹਾਂ, ਪੰਚਾਇਤ ਤੋਂ ਲਿਖ ਕੇ ਲੈ ਕੇ ਆਉਂਦੇ ਹਾਂ, ਜਦੋਂ ਦੇ ਕੇ ਆਉਂਦੇ ਉਹ ਵੀ ਅਸੀਂ ਲਿਖਤ ਪੜ੍ਹ ਕਰਦੇ ਹਾਂ ਜੀ ਸਾਰੀ। ਕਿਉਂਕਿ ਜੀ ਅਸੀਂ ਇੱਕ ਬੰਦਾ ਮੰਨ ਲਓ ਰੋਡ ਤੋਂ ਲੈ ਆਂਦਾ, ਹੁਣ ਸਾਨੂੰ ਇਹ ਨਹੀਂ ਪਤਾ ਵੀ ਹੋ ਸਕਦਾ ਕੋਈ ਟੈਰਰਿਸਟ ਹੋਵੇ, ਅੱਤਵਾਦੀ ਹੋਵੇ ਜੀ, ਅਸੀਂ ਉਹਨੂੰ ਪਨਾਹ ਦੇ ਦਈਏ ਉਰੇ ਜੀ, ਤਾਂ ਪੁਲਿਸ ਨੂੰ ਦੱਸਣਾ ਸਾਨੂੰ ਬਹੁਤ ਜ਼ਰੂਰੀ ਆ ਜੀ। ਹੁਣ ਅਸੀਂ ਨਜ਼ਦੀਕੀ ਥਾਣੇ ਵੀ 1-2 ਦਿਨ ਤੱਕ ਮੈਸੇਜ ਲਾਉਣਾ, ਉਹ ਸਾਰਿਆਂ ਦਾ ਲਿਖਤ ਪੜ੍ਹ ਕਰਕੇ ਜਾਣਗੇ ਜੀ। ਹੋ ਸਕਦਾ ਇਹਨਾਂ ਦੇ ਵਿੱਚੋਂ ਕੋਈ ਸਾਡੇ ਕੋਲੇ ਪਨਾਹ ਲੈ ਕੇ ਬੈਠਾ ਹੋਵੇ। ਤੁਸੀਂ ਗੱਲ ਨੂੰ ਸਮਝ ਰਹੇ ਹੋ? ਇਤਲਾਹ ਦੇਣੀ, ਕਾਨੂੰਨ ਦੇ ਮੁਤਾਬਕ ਚੱਲਣਾ ਬਹੁਤ ਜ਼ਰੂਰੀ ਆ ਜੀ। ਕਾਨੂੰਨ ਸਭ ਤੋਂ ਉੱਪਰ ਆ ਜੀ। ਕਾਨੂੰਨ ਬਾਕੀ ਸਾਡਾ ਜਿਹੜਾ ਅੱਜ ਦਾ ਕਾਨੂੰਨ ਆ ਨਾ ਜੀ, ਕੁਛ ਕੁ ਨਾ ਇਹ ਕਹਿ ਸਕਦੇ ਸਾਡੇ ਲੀਡਰਾਂ ਨੇ ਸਾਡਾ ਦੇਸ਼ ਖਾ ਲਿਆ ਜੀ। ਸਾਡੇ ਭੈਣ ਭਾਈ ਗਲ ਰਹੇ ਨੇ ਜੀ, ਕੋਈ ਫ੍ਰੀ ਇਲਾਜ ਨਹੀਂ ਜੀ। ਅਸੀਂ ਸਮਝਦੇ ਹਾਂ ਵੀ ਫ੍ਰੀ ਇਲਾਜ ਹੋਵੇ ਆ, ਕਿਉਂ ਲੋਕਾਂ ਦੇ ਕੀੜੇ ਪੈਣ ਜੀ। ਸਰਕਾਰੀ ਹਸਪੀਟਲਾਂ ਦਾ ਇੰਨਾ ਕੁ ਬੁਰਾ ਹਾਲ ਆ ਵੀਰ ਜੀ, ਗੱਲੇ ਕਰੀਏ ਨਾ, ਮੈਂ ਕਹਿੰਦਾ ਲੱਖ ਲਾਹਨਤਾਂ ਆ ਸਾਡੇ ਸਿਸਟਮ ਤੇ ਵੀਰ ਜੀ, ਲੱਖ ਲਾਹਨਤਾਂ ਨੇ। ਕਿਸਾਨੀ ਵਾਲਾ ਲੱਖ ਲਾਹਨਤਾਂ ਨੇ ਜੀ। ਕਿੱਥੇ ਜਾਊਗਾ ਇਨਸਾਨ, ਕਿੱਥੇ ਮਰੂਗਾ? ਜਦੋਂ ਪੈਸੇ ਹੀ ਨਹੀਂ ਹੋਊਗਾ ਜਾਊਗਾ ਕਿੱਥੇ ਜੀ? ਫਿਰ ਫਾਹੇ ਲੈ ਮਰੂਗਾ ਜਾਂ ਕੀੜੇ ਖਾਣਗੇ ਜੀ। ਕੀੜੇ ਤਾਂ ਅੱਜ ਨਹੀਂ, ਸਾਡੇ ਅੱਜ ਪੰਜਾਬੀ ਭਰਾਵਾਂ ਨੂੰ, ਅੱਜ ਸਾਡੇ ਦੇਸ਼ ਦੇ ਇਨਸਾਨ ਨੂੰ ਕੀੜੇ ਖਾ ਰਹੇ ਨੇ। ਕੱਲ ਨੂੰ ਤੁਸੀਂ ਦੇਖ ਲਿਓ, ਬਿੱਲ ਪਾਸ ਹੋ ਗਿਆ, ਇੱਕ ਇਨਸਾਨਾਂ ਦੇ ਵੀ ਪੈ ਜਾਣੇ ਨੇ ਜੀ। ਕੀ ਕਰੀਏ? ਪਰ ਜਿਹੜੇ ਕੀੜੇ ਨੇ ਅੱਜ ਕਿਸੇ ਦੀ ਸੋਚ ਨੂੰ ਗੁਲਾਮ ਕਰ ਲਿਆ ਨੇ, ਕੀੜਿਆਂ ਨੇ ਸਾਡੇ ਇਨਸਾਨਾਂ ਦੇ ਪੈਰਾਂ 'ਚ ਨੇ, ਪਰ ਕਿਸੇ ਦੀ ਸੋਚ ਨੂੰ ਗੁਲਾਮ ਕਰ ਲਿਆ। ਇਹ ਬਿੱਲ ਬੁੱਲ ਸਭ ਸਾਰਾ ਕੁਝ ਇਹ ਕਹਿ ਸਕਦੇ ਹਾਂ ਵੀਰ ਜੀ, ਸਿਸਟਮ ਨੇ ਸਾਨੂੰ ਸਤਾਇਆ ਵਾ। ਇੱਥੇ ਬੈਠੇ ਅਸੀਂ, ਆ ਕੰਮ ਸਰਕਾਰਾਂ ਦੇ ਨੇ ਸੰਗਤ ਜੀ, ਸਾਡੇ ਕੰਮ ਨਹੀਂ। ਅਸੀਂ ਤਾਂ ਇੱਕ ਨੌਜਵਾਨ ਆ, ਯੂਥ ਆ, ਸਾਤੋਂ ਨਹੀਂ ਦੁੱਖ ਦੇਖਿਆ ਗਿਆ, ਅਸੀਂ ਬੈਠੇ ਹਾਂ ਇੱਥੇ। ਸਾਨੂੰ ਕੋਈ ਚੋਰ ਕਹੇ, ਸਾਧ ਕਹੇ ਵੀਰ ਜੀ, ਅਸੀਂ ਉਹ ਚੀਜ਼ਾਂ ਤੋਂ ਨਹੀਂ ਘਬਰਾਉਂਦੇ। ਅਸੀਂ ਤਾਂ ਇੱਕ ਸਾਡਾ ਟਾਰਗੇਟ ਆ, ਇੱਕ ਮੰਜ਼ਿਲ ਆ। ਸਾਡੇ ਕੋਲ ਅੱਜ ਕਿੰਨੀ ਕੁ ਪ੍ਰਾਪਰਟੀ ਆ, ਸਾਡੇ ਤੋਂ 20 ਸਾਲਾਂ ਨੂੰ ਕਿੰਨੀ ਕੁ ਪ੍ਰਾਪਰਟੀ ਹੋਊ, ਸਾਡਾ ਉਹ ਮਸਲਾ ਮੈਨਾਂ ਹੀ ਨਹੀਂ ਰੱਖਦਾ ਜੀ। ਮਹਾਰਾਜ ਕਿਰਪਾ ਕਰਨ, ਸਾਡਾ ਇੱਕ ਟਾਰਗੇਟ ਆ, ਗੁਰੂ ਸਾਹਿਬ ਕਿਰਪਾ ਕਰਨ। ਮਹਾਰਾਜ ਨੇ ਸਾਨੂੰ ਦਸਤਾਰਾਂ ਦੇਤੀਆਂ, ਪਰ ਗੁਰੂ ਸਾਹਿਬ ਕਿਰਪਾ ਕਰਨ ਸਾਡਾ ਜੀਵਨ ਵਧੀਆ ਬਣਾ ਦੇਣ ਵੀਰ ਜੀ। ਐਵੇਂ ਦਿਖਾਵੇ ਦਾ ਕੋਈ ਫਾਇਦਾ ਨਹੀਂ ਜੀ। ਮਹਾਰਾਜ ਸਾਡੇ ਤੇ ਕਿਰਪਾ ਕਰਨ। ਤੇ ਬਾਈ ਜਿਵੇਂ ਹੁਣ ਪਿੱਛੇ ਜੀ ਤੁਹਾਡੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ, ਅੰਦਰ ਵੈਸੇ ਤੁਸੀਂ ਰੱਖੇ ਵੀ ਹੋਏ ਆ ਉਹ, ਜਿਨ੍ਹਾਂ ਨੂੰ ਤੁਸੀਂ ਕੋਲੋਂ ਹੈ ਨਾ ਛੁਡਵਾ ਕੇ ਲੈ ਕੇ ਆਏ ਸੀਗੇ, ਹੈ ਨਾ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਹਾਨੂੰ ਉਹ ਜਿਵੇਂ ਉਹਨਾਂ ਬਾਰੇ ਕਿਵੇਂ ਪਤਾ ਲੱਗਿਆ ਸੀ, ਤੇ ਜਿਵੇਂ ਤੁਹਾਨੂੰ ਇੱਕੋ ਦਮ ਪਤਾ ਲੱਗਦਾ ਤੁਸੀਂ ਉਦੋਂ ਹੀ ਐਕਸ਼ਨ ਲੈ ਲੈਂਦੇ ਹੋ, ਜਾਂ ਪਹਿਲਾਂ ਉਹਦੇ ਬਾਰੇ ਪੂਰੀ ਦੇਖਦੇ ਹੋ, ਪਹਿਲਾਂ ਜਾਂਚਦੇ ਹੋ ਕਿ ਇਹ ਵਾਕਈ ਸੱਚ ਗੱਲ ਹੈ ਜਾਂ ਨਹੀਂ ਹੈਗੀ? ਜੀ ਜਿੱਦਾਂ ਵੀਰ ਜੀ ਸਾਨੂੰ ਹੁਣ ਵੀ ਨਾ, ਅਸੀਂ 1500 2000 ਬੰਦਾ ਅਸੀਂ ਹੁਣ ਵੀ ਦੱਸ ਦਾਂਗੇ ਸਰਕਾਰ ਨੂੰ, ਕਿੱਥੇ ਕਿੱਥੇ ਗੁਲਾਮ ਨੇ। ਇਹ ਇਕੱਲੇ ਗੁੱਜਰ ਭਾਈਚਾਰੇ ਕੋਲੇ ਨਹੀਂ ਜੀ, ਇਹ ਸਿੱਖ ਭਾਈਚਾਰੇ ਕੋਲੇ ਵੀ ਆ। ਹਰ ਇੱਕ ਜਾਤ ਦਾ ਤਾਂ ਕੋਈ ਜਿਹੜਾ ਬੰਦਾ ਜ਼ੁਲਮੀ ਆ ਨਾ, ਉਹ ਜਾਤ ਨਾਲ ਮਾਇਨੇ ਨਹੀਂ ਰੱਖਦਾ ਜੀ। ਜਿੱਦਾਂ ਸਾਨੂੰ ਕੋਈ ਇਨਸਾਨ ਦੱਸਦਾ ਵੀ ਇੱਥੇ ਬਾੜੇ ਦੇ ਵਿੱਚ ਜਾਂ ਕਿਸੇ ਦੇ ਘਰੇ ਬੰਦਾ ਗੁਲਾਮ ਆ, ਤਾਂ ਅਸੀਂ ਉਹਦੇ ਇੱਕ ਪ੍ਰੂਫ ਇਕੱਠੇ ਕਰਦੇ ਆ ਵੀ ਕੀ ਉਹਨੂੰ ਬੰਨਿਆ ਜਾਂਦਾ, ਉਹਨੂੰ ਕੁੱਟਿਆ ਮਾਰਿਆ ਜਾਂਦਾ। ਹਰ ਇੱਕ ਚੀਜ਼ ਤੋਂ ਜਦੋਂ ਸਾਨੂੰ ਕਲੀਅਰ ਹੋ ਜਾਂਦਾ ਵੀ ਇਹ ਬੰਦਾ ਗੁਲਾਮ ਆ, ਤਾਂ ਅਸੀਂ ਉਹਨੂੰ ਛਡਾਉਣ ਜਾਣਾ। ਇੱਦਾਂ ਨਹੀਂ ਹੈਗਾ ਵੀਰ ਜੀ ਵੀ ਕਿਸੇ ਨੇ ਸਾਨੂੰ ਦੱਸਤਾ ਅਸੀਂ ਚੱਕ ਕੇ ਜਿਹਦੇ ਛਡਾਉਣ ਵਗ ਜਾਂਗੇ, ਇੱਦਾਂ ਨਹੀਂ ਹੈਗਾ ਜੀ। ਅਸੀਂ ਇੱਕ ਪਟਿਆਲੇ ਦੇ ਨਾਲ ਬੱਕਰੀਆਂ ਦੇ ਬਾੜੇ 'ਚੋਂ ਬੰਦਾ ਛਡਾਇਆ ਸੀ, ਮੌਜੂਦਾ ਕਾਂਗਰਸੀ ਸਰਪੰਚ ਦੇ ਘਰੋਂ। ਉਹ ਸਾਨੂੰ ਜਦੋਂ ਕਲੀਅਰ ਹੋਇਆ ਵੀ ਰਾਤ ਨੂੰ ਇਹਨੂੰ ਕੁੰਡਾ ਲਾਇਆ ਜਾਂਦਾ, ਕੈਦ ਕੀਤਾ ਜਾਂਦਾ, ਕੁੱਟਮਾਰ ਕੀਤੀ ਜਾਂਦੀ ਹੈ, 20 ਸਾਲ ਤੋਂ ਬੰਦਾ ਉਹ ਇੱਕ ਬੱਕਰੀਆਂ ਦੇ ਬਾੜੇ 'ਚ ਕੈਦ ਹੋ ਕੇ ਰਹਿ ਗਿਆ। ਅਸੀਂ ਉੱਥੋਂ ਛਡਵਾਇਆ, ਮਹਾਰਾਜ ਨੇ ਕਿਰਪਾ ਕੀਤੀ, ਅਗਲੇ ਦਿਨ ਉਹਦਾ ਘਰ ਲੱਭ ਗਿਆ ਜੀ। 20 ਸਾਲਾਂ ਬਾਅਦ ਅਸੀਂ ਪਿੰਡ ਜਦੋਂ ਛੱਡਣ ਗਏ ਨਾ ਜੀ, ਤੁਸੀਂ ਯਕੀਨ ਮੰਨਿਓ ਸਾਨੂੰ ਜ਼ਿੰਦਗੀ 'ਚ ਇੰਨਾ ਸਤਿਕਾਰ ਨਹੀਂ ਕਦੇ ਮਿਲਿਆ। ਸਾਡਾ ਬਾਬਾ ਨਾਨਕ ਚੜ੍ਹਦੀ ਕਲਾ ਸਾਡੀ ਕਰਤੀ, ਸਾਰੇ ਪਿੰਡ ਨੇ ਸਾਡੇ ਸਰੋਪੇ ਪਾਏ ਵੀਰ ਜੀ। ਮੈਂ ਉਹ ਸਮਝ ਸਕਦਾ ਜੀ, ਉਹ ਸੀਨ ਮੇਰੇ ਵੀ, ਕਿ ਜਿਨ੍ਹਾਂ ਦਾ ਬੱਚਾ 20 ਸਾਲ ਬਾਅਦ ਮਿਲੇ ਹੈ ਨਾ, ਕਿੰਨੀ ਖੁਸ਼ੀ ਹੋਊਗੀ ਉਹਨਾਂ ਨੂੰ ਜੀ। ਚਲੋ ਬਹੁਤ ਚੰਗਾ ਲੱਗ ਰਿਹਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹੋਏ। ਮੈਂ ਚਾਹੁੰਦਾ ਕਿ ਆਪਾਂ ਅੰਦਰ ਚੱਲ ਕੇ ਉਹਨਾਂ ਸਾਰੇ ਮਰੀਜ਼ਾਂ ਨੂੰ, ਉਹਨਾਂ ਸਾਰੇ ਬੰਦਿਆਂ ਨੂੰ ਮਿਲਾ ਦਈਏ, ਤੇ ਤੁਹਾਡੀ ਟੀਮ ਦੇ ਬਾਕੀ ਮੈਂਬਰਸ ਨੂੰ ਵੀ ਮਿਲਾ ਦਈਏ, ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਤੇ ਮੈਂ ਕਹਿੰਦਾ ਆਪਾਂ ਆਡੀਅנס ਨੂੰ ਉਹ ਦਿਖਾ ਦਈਏ। ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਬਾਕੀ ਕੋਈ ਗਲਤੀ ਹੋ ਗਈ ਹੋਵੇ ਸਾਰੀ ਸੰਗਤ ਮਾਫੀ ਦੇਵੇ। ਤੁਹਾਡਾ ਵੀਰ ਜੀ ਬਹੁਤ ਬਹੁਤ ਸ਼ੁਕਰਾਨਾ। ਕਦੇ ਵੀ ਤੁਹਾਨੂੰ ਕੋਈ ਕ੍ਰਿਟੀਕਲ ਮਰੀਜ਼ ਮਿਲੇ ਜੀ, ਜਿਹੜਾ ਇਹ ਕਹਿ ਸਕਦੇ ਆ ਵੀ ਬਸ ਟੁੱਟ ਚੁੱਕਿਆ, ਜਿਹਨੂੰ ਕੀੜੇ ਖਾ ਰਹੇ ਨੇ ਜੀ, ਸਭ ਤੋਂ ਪਹਿਲੀ ਅਰਦਾਸ ਤਾਂ ਇਹ ਆ ਸਾਡੀ ਜੀ, ਕਿਸੇ ਇਨਸਾਨ ਨੂੰ ਸਾਡੀ ਗੰਦਗੀ ਦੇ ਕੀੜਿਆਂ ਦੀ ਲੋੜ ਹੀ ਨਾ ਪਵੇ ਜੀ।
ਤੁਸੀਂ ਆਪਣੇ ਆਪਣੇ ਜਿਹੜੇ ਜਰੀਏ ਨਾਲ ਰੱਬ ਨੂੰ ਮੰਨਦੇ ਇੱਕ ਅਰਦਾਸ ਕਰਿਓ ਕਿਸੇ ਵੀ ਇਨਸਾਨ ਦੇ ਕੀੜੇ ਨਾ ਪੈਣ, ਕਿਸੇ ਇਨਸਾਨ ਤੇ ਇਦਾਂ ਦੇ ਹਾਲਾਤ ਨਾ ਆਉਣ ਵੀ ਉਹ ਗੰਦਗੀ ਖਾਣ ਤੇ ਮਜਬੂਰ ਹੋਵੇ, ਕਿਸੇ ਇਨਸਾਨ ਦੇ ਇਦਾਂ ਦੇ ਹਾਲਾਤ ਨਾ ਹੋਣ ਵੀ ਉਹ ਸਾਡੇ ਹੀ ਦੇਸ਼ ਦੇ ਝੰਡੇ ਥੱਲੇ ਕੀੜਿਆਂ ਤੋਂ ਖਾਧਾ ਜਾਂਦਾ ਹੋਵੇ। ਕਿਸੇ ਨੂੰ ਲੋੜ ਨਾ ਪਵੇ, ਕਿਸੇ ਦੇ ਕੀੜੇ ਨਾ ਪੈਣ, ਪਰ ਜੇ ਪੈਣ ਤੁਸੀਂ ਸਾਨੂੰ ਸੇਵਾ ਲਾਇਓ ਵੀਰ ਜੀ, ਅਸੀਂ ਜਿੰਨੀ ਕੁ ਸਾਡੀ ਔਕਾਤ ਆ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੀ। ਚਲੋ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਪਹਿਲਾਂ ਤਾਂ ਕਿ ਤੁਸੀਂ ਸਾਰੇ ਬਹੁਤ ਇੱਕ ਦਾਤ ਦੇਣ ਵਾਲੀ ਗੱਲ ਹੈ, ਕਿਉਂਕਿ ਸਾਰੇ ਟੀਮ ਮੈਂਬਰ ਜਿੰਨੇ ਵੀ ਇਸ ਸੰਸਥਾ ਦੇ ਨਾਲ ਜੁੜੇ ਹੋਏ ਹੋ ਹੈ ਨਾ, ਸਾਰੇ ਜਣੇ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦੇ ਕੇ ਇੱਕ ਦੂਜੇ ਦੇ ਨਾਲ ਕੰਮ ਕਰ ਰਹੇ ਹੋ ਤੇ ਇਹਨਾਂ ਸਾਰੇ ਲੋੜਵੰਦਾਂ ਨੂੰ ਸਾਂਭ ਰਹੇ ਹੋ, ਜਿਨ੍ਹਾਂ ਦਾ ਕੁਝ ਆਪਾਂ ਨੂੰ ਪਤਾ ਨਹੀਂ ਕਿ ਪਿਛੋਕੜ ਕੀ ਹੈਗਾ ਤੇ ਅਗਾਂਹ ਕੀ ਹੋਣਾ ਇਹਨਾਂ ਦਾ ਹੈ ਨਾ। ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸੋ ਮੈਂ ਕਹਿੰਦਾ ਕਿ ਆਇਓ ਆਪਾਂ ਅੰਦਰ ਚੱਲਦੇ ਹਾਂ ਤੇ ਸਾਰਿਆਂ ਨਾਲ ਰੂਬਰੂ ਕਰਵਾਉਂਦੇ ਹਾਂ ਸਾਰੇ ਮਰੀਜ਼ਾਂ ਦੇ ਨਾਲ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਸ਼ੁਕਰਾਨਾ ਜੀ।